ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਕੁਝ ਸੁਰਖੀਆਂ ਸਾਂਝੀਆਂ ਕਰਾਂਗੇ। ਉਹ ਮੁੱਖ ਖਬਰਾਂ ਜਿਹੜੀਆਂ ਸਾਨੂੰ ਚਿੰਤਤ ਵੀ ਕਰ ਰਹੀਆਂ ਹਨ ਔਰ ਜਿਹਦਾ ਚਿੰਤਨ ਵੀ ਜ਼ਰੂਰੀ ਹੈ, ਉਹਨਾਂ ਦੇ ਬਾਰੇ ਬਹੁਤ ਹੀ ਸੰਖੇਪ ਵਿੱਚ ਤੁਹਾਡੇ ਨਾਲ ਵਿਚਾਰ ਕਰਾਂਗੇ, ਪਰ ਬਹੁਤ ਹੀ ਮਹੱਤਵਪੂਰਨ ਹਨ ਔਰ ਤੁਹਾਡੀ ਚੇਤਨਤਾ ਨੂੰ ਟੰਬਣ ਲਈ ਜ਼ਰੂਰੀ ਹਨ। ਔਰ ਇਸ ਦੇ ਨਾਲ ਹੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਖਾਸ ਮਹਿਮਾਨ ਪੰਜਾਬ ਦੀ ਧਰਤੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਕਿਉਂਕਿ ਇਸ ਵੇਲੇ ਪੰਜਾਬ ਨੂੰ ਜਿਹੜਾ ਬਹੁਤ ਵੱਡਾ ਖਤਰਾ, ਬਹੁਤ ਹੀ ਗੰਭੀਰ ਖਤਰਾ ਲਾਅਹਿਲਕ ਹੈ, ਉਹ ਹੈ ਨਸ਼ਿਆਂ ਦਾ। ਔਰ ਉਹ ਇੱਕ ਭਿਆਨਕ ਮਹਾਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਹਰ ਕੋਈ ਉਸ ਦੀ ਗੱਲ ਕਰ ਰਿਹਾ ਹੈ, ਪਰ ਦਿਨ ਪਰ ਦਿਨ ਉਹ ਵੱਧਦਾ ਹੀ ਜਾ ਰਿਹਾ ਹੈ। ਔਰ ਹੁਣ ਤਾਂ ਉਸਨੇ ਸਮਾਜ ਦਾ ਕੋਈ ਤਬਕਾ ਹੋਏਗਾ ਜਿਸ ਨੂੰ ਆਪਣੀ ਇਸ ਚਪੇਟ ਵਿੱਚ ਨਹੀਂ ਲੈ ਲਿਆ। ਕੀ ਇਸ ਦਾ ਕੋਈ ਇਲਾਜ ਹੈ? ਅੰਕੜੇ, ਸਰਕਾਰੀ ਅੰਕੜੇ, ਡਰੱਗ ਡੀ ਐਡਿਕਸ਼ਨ ਸੈਂਟਰ, ਬਰਾਮਦਗੀਆਂ ਔਰ ਡਰੱਗਸ ਦੀ ਪਕੜ, ਇਹ ਸਭ ਕੁਝ ਖਬਰਾਂ ਦਾ ਕਿਧਰੇ ਕਾਗਜ਼ੀ ਕਾਰਵਾਈ ਦਾ ਹਿੱਸਾ ਤਾਂ ਨਹੀਂ। ਜ਼ਮੀਨੀ ਪੱਧਰ ਦੇ ਉੱਤੇ ਮਾਮਲਾ ਕਿਤਨਾ ਗੰਭੀਰ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਰੱਗ ਡੀ ਐਡਿਕਸ਼ਨ ਸੈਂਟਰ ਚਲਾ ਰਹੇ ਉਸ ਦੇ ਮੁਖੀ ਡਾਕਟਰ PD ਗਰਗ ਦੇ ਨਾਲ ਪੁਰਸ਼ੋਤਮ ਦਾਸ ਗਰਗ, ਸਾਡੀ ਕੋਸ਼ਿਸ਼ ਹੋਏਗੀ ਜੇ ਅਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕੀਏ ਔਰ ਚੋਕੇ ਵਤਨ ਔਰ ਉਹ ਮਿੱਟੀ ਸਾਨੂੰ ਵੀ ਪੁਕਾਰਦੀ ਹੈ ਕਿ ਅਸੀਂ ਵੀ ਆਪਣਾ ਫਰਜ਼ ਪੂਰਾ ਕਰੀਏ। ਕੀ ਯੋਗਦਾਨ ਪਾ ਸਕਦੇ ਹਾਂ, ਕੀ ਕਰ ਸਕਦੇ ਹਾਂ, ਕਿਉਂਕਿ ਸਾਡਾ ਉਸ ਧਰਤੀ ਦੇ ਨਾਲ ਵਾਹ ਹੈ। ਉਹ ਧਰਤੀ ਜਿਸ ਦੇ ਬਾਰੇ ਕਿਹਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਅੱਜ ਅਗਰ ਉਹ ਧਰਤੀ ਲਹੂ ਲੁਹਾਨ ਹੈ ਔਰ ਇਸ ਮਹਾਮਾਰੀ ਦੇ, ਇਸ ਦਾ ਮਤਲਬ ਹੈ ਕਿ ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ ਇਸ ਧਰਤੀ ਦੇ ਉੱਤੇ ਆਫਤ ਆਉਂਦੀ ਹੈ ਜਾਂ ਲਿਆਈ ਜਾਂਦੀ ਹੈ। ਇਸ ਚਿੰਤਾਜਨਕ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਦੇ ਨਾਲ ਸਾਡੀ ਕੋਸ਼ਿਸ਼ ਹੋਏਗੀ, ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣੇ, ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਕਿ ਕੀ ਕੀਤਾ ਜਾ ਸਕਦਾ ਹੈ। ਕੁਝ ਹੋ ਸਕਦਾ ਹੈ ਜਾਂ ਬਿਲਕੁਲ ਅਸੀਂ ਵੀ ਨਿੰਮੋ ਚੂਣੇ ਹੋ ਕੇ ਸਿਰ ਸੁੱਟ ਕੇ ਬਹਿ ਜਾਈਏ ਕਿ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਇਸ ਤੋਂ ਪਹਿਲੇ ਕਿ ਅਸੀਂ ਮੁੱਖ ਪ੍ਰੋਗਰਾਮ ਵੱਲ ਆਈਏ, ਬਹੁਤ ਹੀ ਸੰਖੇਪ ਦੇ ਵਿੱਚ ਤੁਹਾਡੇ ਨਾਲ ਕੁਝ ਸੁਰਖੀਆਂ ਦੀ ਗੱਲ ਵੀ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬਹੁਤ ਹੀ ਜਿਹੜਾ ਪੰਥਕ ਤੌਰ 'ਤੇ ਪੂਰੇ ਪੰਜਾਬ ਦੇ ਵਿੱਚ ਔਰ ਸਾਰੇ ਦੇ ਸਾਰੇ ਸਿੱਖ ਜਗਤ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ। ਭਾਈ ਗੁਰਬਖਸ਼ ਸਿੰਘ, ਉਹ ਨਿਮਾਣਾ ਸਿੱਖ ਜਿਸ ਦਾ ਪਰਿਵਾਰ ਹੈ, ਜਿਸ ਦੇ ਬਜ਼ੁਰਗ ਮਾਂ-ਬਾਪ ਹਨ, ਉਹ ਅੱਜ ਭੁੱਖ ਹੜਤਾਲ 33ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ ਹੈ। 33 ਦਿਨ ਹੋ ਗਏ ਹਨ ਉਸ ਨੂੰ ਭੁੱਖੇ ਪਾਣੇ, ਔਰ ਤਿਲ ਕਰਕੇ ਉਹ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ। ਕਿਸੇ ਵੇਲੇ ਵੀ ਭਾਣਾ ਵਰਤ ਸਕਦਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਹਾਲੇ ਤੱਕ ਨਾ ਤਾਂ ਪ੍ਰਬੰਧਕਾਂ ਨੇ ਪੂਰੇ ਆંકੜੇ ਹੀ ਇਕੱਠੇ ਕੀਤੇ ਔਰ ਸਰਕਾਰ ਦੀ ਚੁੱਪੀ। ਇਹਨਾਂ ਦੋਨਾਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਉਹ ਅਸਹਿ ਤੇ ਅਕਹਿਕਸ਼ ਸਹਾਰਦਾ ਹੋਇਆ ਕੱਲ੍ਹ ਨੂੰ ਕੀ ਹੋਏਗਾ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਿਰਫ ਇੱਕ ਚੇਤਾਵਨੀ ਹੈ, ਇੱਕ ਹੂਕ ਹੈ ਕਿ ਉਸ ਦੇ ਬਾਰੇ ਜ਼ਰੂਰ ਕੁਝ ਨਾ ਕੁਝ ਕਰਨ ਦੀ ਲੋੜ ਹੈ। ਦੂਸਰੀ ਸੁਰਖੀ, ਅੱਜ ਦੇ ਦਿਨ 1971 ਵਿੱਚ
पूर्वी पाकिस्तान, ईस्ट पाकिस्तान, उत्थे भारती फौजां ने 1971 16 ਦਸੰਬਰ ਨੂੰ पाकिस्तान ਦੇ 93,000 फौजियां ने, बहुत वड्डी गिणती है, तकरीबन 1 ਲੱਖ ਦੇ करीब फौजी जिन्हां दे कोल सारा असला हथियार सब कुछ है, और उन्हां 93,000 फौजियां ने जनरल A.K. नियाजी दी कमान विच जनरल जगजीत सिंह अरोड़ा दे सामने अपने हथियार सुट्टे। ये शायद दुनिया के इतिहास विच एक पहला वाकया है कि जिथे इन्नी वड्डी गिणती 1 ਲੱਖ फौजी होण और उन्हां दे विच ओ सारे दे सारे हथियारबंद होण और फिर अपने हथियार सुट देण। इस लड़ाई दे विच जनरल जगजीत सिंह अरोड़ा, पर जिहड़े फौज के मुखी सन वो जनरल मानिक शाह, सैम हारमस जी, फ्रैम जी, जमशैद जी मानिक शाह, जनरल SHF मानिक शाह, और नाल ही इसे कमान दे विच जनरल शाहबेग सिंह भी उत्थे मोर्चे दे विच सन, और जिन्हां ने मुक्ति बाहिनी दे विच बड़ा वड्डा रोल कीता, जिहड़ी कि गुरीला फौज नूं तैयार कीता गया सी ये लड़ाई लड़न विच। पर त्रासदी कही जा सकती है, एक ट्रैजिडी है कि बाद विच जनरल जगजीत सिंह अरोड़ा उन्हां नूं भी सिख हक्कां लई, बुनियादी हकूक लई, उन्हां नूं भी मनुखी अधिकारां लई संघर्ष करना पिया, और 1981 एशियाड वेले उन्हां नूं भी दिल्ली जाण तो रोक दिता गया कि किसी भी सिख नूं दिल्ली नहीं पहुँचण दिता जाएगा। सो अज दा ये दिन बहुत ही महत्वपूर्ण है, और शायद दुनिया के फौजी इतिहास दे विच इसका कोई सानी भी नहीं मिलता। दूसरी छोटी जी सुर्खी है, पर आने वाले समय दे विच एक बहुत वड्डा रूप भी लै सकती है। वो ये है कि 1860 दे विच एक कानून बनिया सी, इंडियन पीनल कोड ताजीराते हिंद दे विच धारा 377 सी, अननैचुरल सैक्स पनिशेबल सी, उसकी सज़ा सी, उन्होंने क्रिमिनलाइज किया गया सी। अगर कोई व्यक्ति समलैंगिक है या किसी जानवरां दे नाल या होर किसी अननैचुरल तरीके दे नाल, गैर कुदरती तरीके दे नाल कोई ऐसा काम करता है तो उसकी सज़ा सी। दिल्ली हाई कोर्ट ने फैसला किया सी कि ये धारा गलत है और इस धारा नूं गैर कानूनी करार दिता, पर हुण सुप्रीम कोर्ट ने इस धारा नूं वो जिहड़ा दिल्ली हाई कोर्ट का फैसला सी उसनूं रद्द कर दिता है। श्रोमणी गुरुद्वारा प्रबंधक कमेटी ने इसका स्वागत किया है सुप्रीम कोर्ट के फैसले का, पर सारे दुनिया दे विच जिहड़ियां वख-वख मनुखी अधिकारां दीयां संस्थावां हन, उन्हां दा इह कहना है कि हर एक दा शरीर अपना है, उस दे नाल जो मर्जी करे, सरकार या कानून नूं उस दे विच कोई दखल नहीं होना चाहिए। इत्थे भी इस नूं कानूनी गैर कानूनी करार नहीं दिता जा रहा, कई जगह दे उत्ते कई स्टेटां दे विच इस नूं जायज़ भी करार दिता जा रहा है। आने वाले समय विच एक नवा मसला उभर के सामने आ सकता है, जिस तो दो चार होना पवेगा। हाले तक साडी तरफों इस दे उत्ते किसी किस्म की कोई स्टडी या विचार नहीं की गई कि इस दे कारण की हन और एक की चीज़ है। तीसरी, वतन की मिट्टी, धरती की मिट्टी पुकारदी है हर किसी नूं, और जदों भी कोई भावें जिन्नी वड्डी अहुदे ते पहुँच जाए, जिस मर्जी अहुदे ते पहुँच जाए, जिन्नी मर्जी शख्सियत का मालक हो जाए, उम्र का कोई तकाजा नहीं,
ਉਸ ਦੀ ਮਿੱਟੀ ਉਸ ਨੂੰ ਪੁਕਾਰਦੀ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਆਪਣੇ ਪਰਿਵਾਰ ਸਮੇਤ ਪੰਜਾਬ ਆਏ ਔਰ ਉਹਨਾਂ ਨੇ ਆ ਕੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਔਰ ਦਰਬਾਰ ਸਾਹਿਬ ਵਿੱਚ ਉਹਨਾਂ ਨੂੰ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੁਸਤਕਾਂ ਦੇ ਸੈੱਟ ਵੀ ਭੇਟ ਕੀਤੇ ਗਏ ਔਰ ਉਹਨਾਂ ਨੂੰ ਯਾਦ ਕਰਾਇਆ ਕਿ ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦੀ ਹਾਲਤ ਕਿਤਨੀ ਖਸਤਾ ਹੈ ਔਰ ਕਿਤਨੀ ਚਿੰਤਾਜਨਕ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਵੀ ਕੀਤੀ। ਮੀਆਂ ਸ਼ਹਿਬਾਜ਼ ਸ਼ਰੀਫ ਨੇ ਆਪਣੇ ਜਿਹੜੇ ਉਹਨਾਂ ਦੇ ਅਸਿਸਟੈਂਟ ਸਨ ਉਹਨਾਂ ਨੂੰ ਇਹ ਸਾਰਾ ਕੁਝ ਨੋਟ ਕਰਨ ਲਈ ਕਿਹਾ ਔਰ ਕਿਹਾ ਕਿ ਇਸ ਦੇ ਉੱਤੇ ਉਹ ਜ਼ਰੂਰ ਧਿਆਨ ਦੇਣਗੇ। ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ, ਉਹ ਜਾਤੀ ਉਮਰਾ, ਉਹ ਆਪਣੇ ਪਿੰਡ ਗਏ ਔਰ ਉੱਥੇ ਜਾਂਦੇ ਸਾਰ ਉਹਨਾਂ ਨੇ ਉੱਥੋਂ ਦੀ ਮਿੱਟੀ ਨੂੰ ਚੁੰਮਿਆ ਔਰ ਉਹ ਜਿਹੜੀ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਜਨਮ ਹੋਇਆ ਉਹ ਘਰ ਜਿਹੜਾ ਹੁਣ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਲਈ ਦੇ ਦਿੱਤਾ ਸੀ ਔਰ ਉਹਨਾਂ ਨੇ ਲਫ਼ਜ਼ ਥੁੜ ਗਏ, ਉਹ ਆਪਣੀ ਖੁਸ਼ੀ ਔਰ ਉਸ ਮਸਰਤ ਨੂੰ ਬਿਆਨ ਨਹੀਂ ਕਰ ਸਕੇ। ਪਰ ਪਿੰਡ ਵਾਲਿਆਂ ਨੇ ਵੀ ਉਹਨਾਂ ਨੂੰ ਬਹੁਤ ਚਾਅ ਚਾਈ, ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਔਰ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਸੀ ਕਿ ਇਹ ਮੇਰੇ ਲਈ ਬਹੁਤ ਵੱਡਾ ਦਿਨ ਹੈ। ਇੱਕ ਹੋਰ ਸੁਰਖੀ ਬਹੁਤ ਛੋਟੀ ਜੀ, ਨਿਊਯਾਰਕ ਦੇ ਵਿੱਚ ਭਾਰਤ ਦੇ ਡਿਪਟੀ ਕਾਉਂਸਲ ਜਨਰਲ ਨਿਊਯਾਰਕ ਵਿੱਚ ਜਿਹੜੇ ਕਾਉਂਸਲੇਟ ਦੇ ਵਿੱਚ ਤੈਨਾਤ ਹਨ, ਦੇਵਯਾਨੀ ਖੋਬਰਗੜੇ, 39 ਸਾਲਾ ਖੋਬਰਗੜੇ ਨੂੰ ਸਕੂਲ ਜਾਂਦਿਆਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸਨ ਤਾਂ ਉੱਥੇ ਪੁਲਿਸ ਨੇ ਇਹਨਾਂ ਨੂੰ ਹੱਥਕੜੀ ਲਗਾਈ ਔਰ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਗਏ। ਇੱਥੇ ਹੀ ਬਸ ਨਹੀਂ ਬਲਕਿ ਉਹਨਾਂ ਨੂੰ ਜੋ ਸਰਕਾਰੀ ਰਿਪੋਰਟਾਂ ਹਨ, ਜੋ ਅਖਬਾਰੀ ਰਿਪੋਰਟਾਂ ਹਨ, ਉਹਨਾਂ ਨੂੰ ਕੋਈ ਡਰੱਗ ਐਡਿਕਟਸ ਔਰ ਸੈਕਸ ਵਰਕਰਸ ਦੇ ਨਾਲ ਉਹਨਾਂ ਨੂੰ ਥਾਣੇ ਵਿੱਚ ਰੱਖਿਆ, ਪੁਲਿਸ ਸਟੇਸ਼ਨ ਵਿੱਚ ਰੱਖਿਆ। ਇਸ 'ਤੇ ਭਾਰਤ ਸਰਕਾਰ ਨੇ ਬਹੁਤ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਲੋਕ ਸਭਾ ਦੇ ਸਪੀਕਰ ਮੀਰਾ ਕੁਮਾਰ ਉਹਨਾਂ ਨੇ ਇਨਕਾਰ ਕਰ ਦਿੱਤਾ। US ਕਾਂਗਰੈਸ਼ਨਲ ਡੈਲੀਗੇਸ਼ਨ ਆਇਆ ਸੀ, ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਇਸ ਦੇ ਰੋਸ ਵਜੋਂ। ਇਸ ਦੇ ਨਾਲ ਹੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸ਼ਿਵ ਸ਼ੰਕਰ ਮੈਨਨ ਨੇ ਵੀ US ਕਾਂਗਰੈਸ਼ਨਲ ਡੈਲੀਗੇਸ਼ਨ ਜੋ ਦਿੱਲੀ ਆਇਆ ਸੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਜੋ ਮਰਜ਼ੀ ਪ੍ਰੋਵੋਕੇਸ਼ਨ ਹੋਏ, ਜਿਹੜਾ ਮਰਜ਼ੀ ਚਾਰਜ ਹੋਏ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸ਼ਰੇਆਮ ਜਦੋਂ ਬੱਚਿਆਂ ਨੂੰ ਛੱਡਣ ਸਕੂਲ ਛੱਡਣ ਜਾ ਰਹੀ ਸੀ ਸੜਕ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ, ਉਹਨਾਂ ਨੂੰ ਹੱਥਕੜੀ ਲਗਾਉਣੀ ਔਰ ਇਸ ਤਰੀਕੇ ਨਾਲ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਣਾ, ਇਹ ਇੱਕ ਰਾਜਦੂਤ ਨੂੰ ਉਸ ਦੇ ਲਈ ਇਹ ਵਤੀਰਾ ਸ਼ੋਭਨੀਕ ਨਹੀਂ। ਖੋਬਰਗੜੇ ਉਹਨਾਂ ਦੇ ਉੱਤੇ ਚਾਰਜ ਹੈ ਕਿ ਉਹਨਾਂ ਨੇ ਆਪਣੇ ਮੇਡ ਸਰਵੈਂਟ ਨੂੰ ਗਲਤ ਤਰੀਕੇ ਦੇ ਨਾਲ ਵੀਜ਼ਾ ਦਿੱਤਾ ਔਰ ਉਹ ਵੀਜ਼ੇ ਦੀਆਂ ਉਹਨਾਂ ਨੇ ਸ਼ਰਤਾਂ ਦੀ ਉਲੰਘਣਾ ਕੀਤੀ। ਮਕਸਦ ਸਿਰਫ ਦੱਸਣ ਦਾ ਇਹ ਹੈ ਕਿ ਵੀਜ਼ਾ, ਹਰ ਵੀਜ਼ੇ ਦੀ ਕੋਈ ਨਾ ਕੋਈ ਸ਼ਰਤ ਹੁੰਦੀ ਹੈ, ਕਿਸ ਮਕਸਦ ਲਈ ਹੈ। ਉਹ ਟੂਰਿਜ਼ਮ ਲਈ ਹੈ, ਨੌਕਰੀ ਲਈ ਹੈ, ਇਲਾਜ ਲਈ ਹੈ, ਪੜ੍ਹਨ ਲਈ ਹੈ। ਸੋ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਕਿ ਜਿਸ ਮਕਸਦ ਲਈ ਵੀਜ਼ਾ ਲਿਆ ਗਿਆ ਉਹ ਹੀ ਮਕਸਦ ਲਈ ਵਰਤਿਆ ਜਾਏ, ਨਹੀਂ ਤਾਂ ਕਈ ਵਾਰ ਇਹ ਬਹੁਤ ਹੀ ਨੁਕਸਾਨਦੇਹ ਹੋ ਸਕਦਾ ਹੈ। ਸੋ ਇਹ ਹਨ ਕੁਝ ਸੁਰਖੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਡਾਕਟਰ ਪੁਰਸ਼ੋਤਮ ਦਾਸ ਗਰਗ ਉਹਨਾਂ ਦੇ ਨਾਲ ਸੰਪਰਕ ਕਰੀਏ ਔਰ ਤੁਹਾਨੂੰ ਪੰਜਾਬ ਦੀ ਮੌਜੂਦਾ ਹਾਲਤ ਬਾਰੇ, ਜੋ ਨਸ਼ਿਆਂ ਦੇ ਵਿੱਚ ਰੁੜਿਆ ਜਾ ਰਿਹਾ ਹੈ, ਉਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਵਿਚਾਰ ਵੀ ਨਾਲ ਲਈਏ। ਇੱਕ ਵਕਫੇ ਦੇ ਬਾਅਦ ਹਾਜ਼ਰ ਹੋਣੇ ਹਾਂ।
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਇੱਕ ਐਸੇ ਵਿਸ਼ੇ ਨੂੰ, ਇੱਕ ਐਸੀ ਦੁੱਖ ਦੀ ਰਗ ਦੇ ਉੱਤੇ ਅਸੀਂ ਹੱਥ ਰੱਖ ਰਹੇ ਹਾਂ ਜਿਹੜਾ ਪੰਜਾਬ, ਪੰਜਾਬੀਆਂ ਔਰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੀ ਕਦੇ ਸੋਚਿਆ ਹੋਏਗਾ, ਕੀ ਕਦੇ ਕਿਸੇ ਨੇ ਸੋਚਿਆ ਹੋਏਗਾ ਕਿ ਕੋਈ ਡਬਲ ਰੋਟੀ ਦੇ ਉੱਤੇ ਬਰਨੌਲ ਜਾਂ ਬੂਟ ਪਾਲਿਸ਼ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਰੱਖ ਕੇ ਖਾ ਲਵੇ? ਕੀ ਕਦੇ ਕਿਸੇ ਨੇ ਸੋਚਿਆ ਹੋਏਗਾ ਕਿ ਕੋੜ ਕਿਰਲੀ ਦੀ ਪੂਛ ਲੈ ਕੇ ਖਾ ਲਵੇ? ਪਰ ਨਹੀਂ, ਇਹ ਸਭ ਕੁਝ ਹੋ ਰਿਹਾ ਹੈ। ਇੱਲਤ ਜਿਹੜੀ ਵੀ ਸ਼ੁਰੂ ਹੋ ਜਾਏ, ਸ਼ੁਰੂਆਤ ਭਾਵੇਂ ਉਹ ਹਾਸੇ ਵਿੱਚ ਹੋਏ, ਮਜ਼ਾਕ ਵਿੱਚ ਹੋਏ ਜਾਂ ਆਪਣੇ ਆਪ ਨੂੰ ਜ਼ਿਆਦਾ ਹੀਮੈਨ ਬਣਨ ਦੇ ਲਈ ਹੋਏ, ਪਰ ਅਖੀਰ ਦੇ ਵਿੱਚ ਉਹ ਘਰਾਂ ਦੇ ਘਰ ਔਰ ਪੂਰੇ ਸ਼ਹਿਰ ਨੂੰ ਤਬਾਹ ਕਰਕੇ ਰੱਖ ਦਿੰਦੇ ਹੈ। ਇਸ ਗੰਭੀਰ ਮਸਲੇ ਦੇ ਉੱਤੇ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਸਵਾਮੀ ਵਿਵੇਕਾਨੰਦ ਡੀ ਐਡਿਕਸ਼ਨ ਸੈਂਟਰ ਚਲਾ ਰਹੇ ਡਾਕਟਰ ਪ੍ਰਸ਼ੋਤਮ ਦਾਸ ਗਰਗ ਜੀ। ਸਾਨੂੰ ਖੁਸ਼ੀ ਹੈ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ ਔਰ ਜਿਹੜੇ ਇਸ ਦੇ ਉੱਤੇ ਕਾਫੀ ਚਿੰਤਤ ਵੀ ਹਨ ਔਰ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਹੈ। ਡਾਕਟਰ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਸਭ ਨੂੰ ਸਲਾਮ ਜੀ। ਜੀ ਨਮਸਕਾਰ ਜੀ। ਜੀ ਜੀ ਮੈਨੂੰ ਬੜੀ ਖੁਸ਼ੀ ਮਿਲੀ ਹੈ ਕਿ ਮੈਂ ਤੁਹਾਡੇ ਵਿੱਚ ਹਾਜ਼ਰ ਹੋਇਆ ਜੀ ਇਸ ਚੈਨਲ ਦੇ ਥਰੂ। ਜੀ ਹਾਂਜੀ। ਅੱਛਾ ਡਾਕਟਰ ਸਾਹਿਬ, ਮੈਂ ਦੇਖ ਰਿਹਾ ਕਿ ਜਿਹੜਾ ਤੁਸੀਂ ਡੀ ਐਡਿਕਸ਼ਨ ਸੈਂਟਰ ਹੈ ਤੇ ਉਹਦੇ ਵਿੱਚ 2011 ਦੇ ਵਿੱਚ ਸਿਰਫ 173 ਮਰੀਜ਼ ਹੈ, 2012 ਦੇ ਵਿੱਚ ਉਹ ਗਿਣਤੀ ਵੱਧ ਕੇ 3667 3667 ਹੋ ਗਈ। ਫਿਰ ਇਸ ਸਾਲ ਉਹ ਹਾਲੇ ਤੱਕ 2013 ਵਿੱਚ 23447 ਪਹੁੰਚ ਗਈ। ਇਹ ਇਤਨਾ ਜ਼ਿਆਦਾ ਵਾਧਾ ਔਰ ਇੰਨਾ ਅਲਾਰਮਿੰਗ ਜਿਹੜਾ ਹੈਗਾ, ਇਹ ਕੀ ਕਾਰਨ ਹੈ ਤੇ ਇਹਦੇ ਪਿੱਛੇ ਕੀ ਵਜ੍ਹਾ ਹੈਗੀ ਹੈ? ਕੀ ਇਹ ਵਾਕਈ ਹੀ ਕਿਧਰੇ ਅੰਕੜੀਆਂ ਦੀ ਖੇਡ ਹੈ ਜਾਂ ਸਹੀ ਮਾਇਨੇ ਦੇ ਵਿੱਚ ਇਹ ਬਹੁਤ ਗੰਭੀਰ ਤੁਹਾਨੂੰ ਲੱਗਦਾ ਹੈਗਾ ਕਿ ਹਾਲਤ ਹੈਗੀ ਹੈ? ਹਾਂਜੀ, ਇਹ ਲੰਮਾ ਇਹ ਅੰਕੜੀਆਂ ਦੀ ਖੇਡ ਨਹੀਂ ਹੈ, ਸੱਚਾਈ ਹੈ ਇਹ। ਕਿਉਂਕਿ ਜਦੋਂ ਇਹ ਸਾਡਾ ਸੈਂਟਰ ਸ਼ੁਰੂ ਹੋਇਆ ਤੇ ਸਾਨੂੰ ਇਹ ਲੱਗਦਾ ਸੀਗਾ ਵੀ ਸਾਡੇ ਕੋਲ ਮਰੀਜ਼ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ। ਸਰਕਾਰ 50 ਬਿਸਤਰਿਆਂ ਦਾ ਹਸਪਤਾਲ ਤਾਂ ਖੋਲ ਰਹੀ ਹੈ ਕਿਉਂਕਿ 50 ਬਿਸਤਰਿਆਂ ਦਾ ਹਸਪਤਾਲ ਸੀਗਾ ਇਹ। ਹਾਂਜੀ। ਤੇ ਮਤਲਬ ਅਸੀਂ ਫਿਰ ਦੇਖਿਆ ਵੀ ਹੌਲੀ ਹੌਲੀ ਜਿਸ ਤਰ੍ਹਾਂ ਕੰਮ ਸ਼ੁਰੂ ਹੋਇਆ ਤੇ ਮਰੀਜ਼ ਸਾਡੇ ਕੋਲ ਦਾਖਲ ਹੋਣ ਲੱਗੇ ਤੇ ਫਿਰ ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਸੀ ਜ਼ਿਆਦਾ ਹੈਰੋਇਨ ਵਾਲੇ, ਜਿਸ ਤਰ੍ਹਾਂ ਸਮੈਕ ਵਾਲੇ, ਤੇ ਫਿਰ ਮੈਂ ਇਹ ਨੋਟ ਕੀਤਾ ਕਿ ਇਹਨਾਂ ਨੂੰ ਨਾ ਜਿਵੇਂ ਜਿਹੜਾ ਅਸੀਂ ਐਡਮਿਟ ਕਰਦੇ ਸੀ ਜੋ ਡੀਟੌਕਸੀਫਿਕੇਸ਼ਨ ਵਾਸਤੇ ਦਾਖਲ ਕਰਕੇ ਰੱਖਣਾ, ਇਹਨਾਂ ਨੂੰ ਇੰਨਾ ਸੌਖਾ ਨਹੀਂ ਹੁੰਦਾ ਸੀਗਾ। ਤੇ ਦਾਖਲ ਅਸੀਂ ਕਰਦੇ ਜ਼ਰੂਰ ਸੀ 10 ਦਿਨਾਂ ਵਾਸਤੇ, ਪਰ ਕਈ ਮੁੰਡੇ ਜਿੱਦਾਂ ਹੁੰਦੇ ਸੀਗੇ ਵੀ ਉਹਨਾਂ ਨੇ ਇਰੀਟੇਟਡ ਰਹਿਣਾ, ਗੁੱਸਾ ਕਰਨਾ, ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਨੀਆਂ। ਤਾਂ ਫਿਰ ਮੈਂ ਜਿਵੇਂ ਇਹ ਵੀ ਫਿਰ ਦੇਖਿਆ ਵੀ ਇਹਨਾਂ ਦਾ ਆਊਟਡੋਰ ਦੇ ਲੈਵਲ ਦੇ ਉੱਤੇ ਵੀ ਇਹਨਾਂ ਦਾ ਅਸੀਂ ਇਲਾਜ ਕਰ ਸਕਦੇ ਹਾਂ। ਵੀ ਆਊਟਡੋਰ ਪੱਧਰ ਦੇ ਉੱਤੇ ਜਿੱਦਾਂ ਸਾਡੇ ਕੋਲ ਇੱਕ ਦਵਾਈ ਹੈ ਜਿਹਨੂੰ ਕਿ ਸਬਸਟੀਟਿਊਸ਼ਨ ਥੈਰੇਪੀ ਕਹਿੰਦੇ ਆ, ਬੁਪਰੀਨੋਰਫਿਨ ਦੇ ਨਾਂ ਨਾਲ ਦਵਾਈ ਮਿਲਦੀ ਹੈ। ਤਾਂ ਅਸੀਂ ਜਿਵੇਂ ਉਹਨਾਂ ਨੂੰ ਬੁਪਰੀਨੋਰਫਿਨ ਤੇ ਸ਼ੁਰੂ ਕਰ ਲੈਣਾ ਆਊਟਡੋਰ ਲੈਵਲ ਦੇ ਉੱਤੇ, ਤਾਂ ਉਹਨਾਂ ਨੂੰ ਵੀ ਮਤਲਬ ਉਹਨਾਂ ਹੀ ਰਿਲੀਫ ਮਿਲਦਾ ਜੀ। ਤਾਂ ਹੁਣ ਵਾਸਤਵ ਚ ਜਿਹੜੇ ਇਹ ਅੰਕੜੇ ਤੁਸੀਂ ਦੱਸੇ ਹੈ ਨਾ, ਸਾਡੇ ਕੋਲੇ ਆਊਟਡੋਰ ਲੈਵਲ ਦੇ ਮਰੀਜ਼ਾਂ ਦੇ ਹੈ। ਜੀ ਜੀ ਮਤਲਬ ਸਾਡਾ ਫਿਰ ਆਊਟਡੋਰ ਦੀਆਂ ਜਿਹੜੀਆਂ ਸੇਵਾਵਾਂ ਸੀ ਉਹ ਮਤਲਬ ਇਹਦੇ ਤੇ ਅਸੀਂ ਜ਼ੋਰ ਦੇਣਾ ਸ਼ੁਰੂ ਕੀਤਾ ਵੀ ਆਊਟਡੋਰ ਦੇ ਵਿੱਚ ਪ੍ਰੋਪਰ ਰਜਿਸਟ੍ਰੇਸ਼ਨ ਹੋਵੇ ਮਰੀਜ਼ ਦੀ, ਉਸ ਦੇ ਬਾਅਦ ਦਵਾਈ ਦੀ ਅਵੇਲੇਬਿਲਿਟੀ ਹੋਵੇ, ਤੇ ਫਿਰ ਉਸ ਦੇ ਬਾਅਦ ਚਲੋ ਵੀ ਡਾਕਟਰ ਅਵੇਲੇਬਲ ਹੈ, ਉਹ ਡਾਕਟਰ ਨੂੰ ਅਸੈਸ ਕਰ ਸਕਦਾ ਹੈਗਾ ਵੀ ਇਹਨੂੰ ਬੁਪਰੀਨੋਰਫਿਨ ਦੀ ਲੋੜ ਹੈ, ਇਹ ਨਸ਼ੇ 'ਚ ਹੈ। ਉਹਦਾ ਅਸੀਂ ਫਿਰ ਟੈਸਟ ਕਰਨੇ ਸ਼ੁਰੂ ਕੀਤੇ, ਯੂਰਿਨ ਟੈਸਟ ਕਨਫਰਮ ਕਰਨ ਦੇ ਬਾਅਦ ਫਿਰ ਅਸੀਂ ਉਹਨਾਂ ਨੂੰ ਇਹ ਦਵਾਈਆਂ ਦੇਣੀਆਂ। ਡਾਕਟਰ ਸਾਹਿਬ ਇਹ ਦੱਸੋ ਕਿ ਇਹਦੇ ਵਿੱਚ ਇਹ ਜਿਹੜੇ ਨਸ਼ਿਆਂ ਦੀ ਲੱਤ ਹੈ ਜਾਂ ਇੱਲਤ ਹੈ, ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੇ ਕੀ ਜਿਹੜੇ ਸਾਰੇ ਹੈਗੇ ਆ ਉਹ ਖੁਦ ਆਪਣੇ ਆਪ ਆ ਜਾਂਦੇ ਆ ਕਿ ਸਾਡਾ ਇਲਾਜ ਕਰੋ, ਜਾਂ ਉਹ ਆਪਣੀ ਪੱਧਰ ਦੇ ਉੱਤੇ ਹੀ ਕੋਸ਼ਿਸ਼ ਕਰਦੇ ਰਹਿੰਦੇ ਆ? ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਦੇਖੋ ਜੀ, ਸ਼ੁਰੂਆਤ ਤਾਂ ਵੈਸੇ ਤਾਂ ਭਾਜੀ ਜਿਵੇਂ ਹੁੰਦੇ ਆ ਨਾ ਵੀ ਜਿਹੜੇ ਲੋਕੀ ਨਸ਼ਾ ਸ਼ੁਰੂ ਕਰਦੇ ਆ ਤਾਂ ਕਈ ਕਿਸਮ ਦੇ ਕਾਰਨ ਹੁੰਦੇ ਹਨ ਜੀ, ਜਿਵੇਂ ਕਿ ਗਰੀਬੀ ਹੈ, ਅਨਐਮਪਲਾਇਮੈਂਟ ਹੈ, ਜਾਂ
ਮਤਲਬ ਇਸ ਤਰ੍ਹਾਂ ਦੇ ਕਾਰਨ ਹੁੰਦੇ ਹਨ। ਫਰਸਟ੍ਰੇਸ਼ਨ ਹੈ, ਡਿਪਰੈਸ਼ਨ ਹੈ, ਕਿਸੇ ਨੂੰ ਐਂਜ਼ਾਇਟੀ, ਚਿੰਤਾ ਰਹਿੰਦੀ ਹੈ। ਆਮ ਤੌਰ ਤੇ ਲੋਕ ਛੋਟੇ ਨਸ਼ੇ ਸ਼ੁਰੂ ਕਰ ਦਿੰਦੇ ਆ, ਸਮੋਕਿੰਗ ਤੇ ਜਿਵੇਂ ਅਲਕੋਹਲ ਜੀ। ਤੇ ਜਿਹੜੇ ਸਮੋਕਿੰਗ ਤੇ ਅਲਕੋਹਲ ਹੈ ਇਹਨਾਂ ਨੂੰ ਅਸੀਂ ਵੈਸੇ ਵੀ ਗੇਟਵੇ ਡਰੱਗਸ ਕਹਿੰਦੇ ਆ। ਮਤਲਬ ਹਾਂ, ਮਤਲਬ ਇੱਕ ਸਮਝ ਲਓ ਇਹ ਗੇਟ 'ਚ ਐਂਟਰ ਕਰ ਜਾਂਦਾ ਤੇ ਉਹਦੇ ਬਾਅਦ ਬੰਦਾ ਫਿਰ ਵੱਡੇ ਨਸ਼ੇ ਕਰਦਾ ਹੈਗਾ ਜੀ। ਫਿਰ ਵੱਡੇ ਨਸ਼ੇ ਹਾਰਡ ਡਰੱਗਸ ਦੇ ਵਿੱਚ ਆ ਜਾਂਦੀਆਂ, ਜਿੱਦਾਂ ਓਪੀਆਇਡ ਡਰੱਗਸ ਹੈਗੀਆਂ ਜਿਨ੍ਹਾਂ ਵਿੱਚ ਅਫੀਮ ਹੋ ਗਈ, ਹੁੱਕੀ ਹੋ ਗਈ ਤੇ ਸਮੈਕ ਤੇ ਹੈਰੋਇਨ ਤੇ ਜਿਹੜੇ ਇੰਜੈਕਟੇਬਲ ਦੇ ਟੀਕੇ ਹੈ ਜਿਹੜੇ। ਸੋ ਆਮ ਤੌਰ ਤੇ ਜਿਹੜੇ ਸ਼ੁਰੂਆਤ ਤਾਂ ਇਸ ਤਰ੍ਹਾਂ ਹੁੰਦੀ ਹੈ, ਪਰ ਹੁਣ ਇਸ ਵੇਲੇ ਤਾਂ ਇਸ ਤਰ੍ਹਾਂ ਇੱਕ ਨੰਬਰ ਵਧਿਆ ਹੋਇਆ ਹੈ। ਜਿਹੜੇ ਨੂੰ ਪੁੱਛਦੇ ਆ ਨਾ ਅਸੀਂ ਨੌਜਵਾਨਾਂ ਨੂੰ ਵੀ ਤੂੰ ਕਿਉਂ ਸ਼ੁਰੂ ਕੀਤੀ ਹੈ, ਉਹੀ ਕਹਿੰਦਾ ਜੀ ਬਸ ਮੈਂ ਦੋਸਤਾਂ ਤੋਂ ਸ਼ੁਰੂ ਕਰ ਲਿੱਤੀ ਜੀ, ਤੇ ਜਸਟ ਫਾਰ ਫਨ। ਵੀ ਉਹ ਦੋਸਤ ਕਹਿੰਦਾ ਲੈ ਕੇ ਤਾਂ ਦੇਖ ਯਾਰ ਕੀ ਹੁੰਦਾ ਹੈਗਾ, ਬੜਾ ਵਧੀਆ ਲੱਗੂਗਾ ਤੈਨੂੰ। ਔਰ ਇੱਕ ਵਾਰੀ ਉਹ ਹੀਰੋਇਨ ਦਾ ਇੱਕ ਵਾਰੀ ਸਵਾਦ ਲੈ ਲੈਂਦਾ ਹੈ ਤਾਂ ਫਿਰ ਉਹ ਦੂਜੀ ਵਾਰ ਵੀ ਲੈਣ ਤੇ ਮਜਬੂਰ ਹੋ ਜਾਂਦਾ ਹੈਗਾ। ਔਰ 2-3 ਡੋਜ਼ਾਂ ਦੇ ਬਾਅਦ ਹੀ ਬੰਦਾ ਉਸੇ ਉੱਤੇ ਅਡਿਕਟ ਹੋ ਜਾਂਦਾ, ਮਤਲਬ ਡਿਪੈਂਡੈਂਟ ਹੋ ਜਾਂਦਾ ਹੈਗਾ। ਇਹਦਾ ਇੰਨਾ ਜ਼ਿਆਦਾ ਸਟਰੋਂਗ ਇਫੈਕਟ ਹੈਗਾ, ਕ੍ਰੇਵਿੰਗ ਹੁੰਦੀ ਹੈ ਇੰਨੀ ਜ਼ਿਆਦਾ, ਫਿਰ ਉਹ ਆਪੇ ਖੁਦ ਮੰਗਦਾ ਹੈਗਾ। ਪਹਿਲਾਂ ਉਹਨੂੰ ਫ੍ਰੀ ਦਿੰਦੇ ਆ ਉਹ, ਤੇ ਬਾਅਦ ਦੇ ਵਿੱਚ ਉਹੀ ਬੰਦਾ ਪੈਸੇ ਖਰਚਦਾ ਉਸ ਤੇ। ਉਹ ਜਿਹੜੇ ਮਤਲਬ ਦੂਜਾ ਤੁਸੀਂ ਪੁੱਛਿਆ ਸੀਗਾ ਵੀ ਇਹ ਸਮਾਜ ਦੇ ਕਿਸ ਤਰ੍ਹਾਂ ਦੇ ਲੋਕਾਂ ਵਿੱਚ ਹੈਗਾ, ਇਹ ਜਿਹੜਾ ਨਸ਼ੇ ਹੈਗੇ ਨਾ ਇਹਨੇ ਸਮਾਜ ਦੇ ਕਿਸੇ ਵਰਗ ਨੂੰ ਨਹੀਂ ਛੱਡਿਆ। ਬੱਚਿਆਂ ਤੋਂ ਲੈ ਕੇ ਜਿਹੜਾ ਮੇਰੇ ਸੈਂਟਰ 'ਚ ਦੇਖਿਆ ਵੀ 10 ਸਾਲ ਦਾ ਬੱਚਾ ਵੀ ਇੱਕ ਵਾਰੀ ਆਇਆ ਸਮੈਕ ਲੈਂਦਾ, ਤੇ 65 ਸਾਲ ਦੇ ਬਜ਼ੁਰਗ ਵੀ ਆਏ ਜੀ ਕੋ ਨਸ਼ਾ ਲੈਂਦੇ ਹੈਗੇ ਆ। ਪਰ ਜ਼ਿਆਦਾ ਜਿਹੜੀ ਹੈ 90% ਫਿਗਰ ਹੈ ਜਿਹੜੀ ਉਹ 15 ਤੋਂ ਲੈ ਕੇ 40 ਸਾਲ ਤੱਕ ਹੈਗੀ ਹੈ। 15-16 ਸਾਲ ਦੀ ਉਮਰ ਤੋਂ ਲੈ ਕੇ ਜਿਹੜਾ 40 ਸਾਲ ਤੱਕ ਦੀ ਉਮਰ ਹੈ ਨਾ, ਇਹ 95% 95% ਜਿਹੜੇ ਨੌਜਵਾਨ ਹੀ ਅਫੈਕਟਡ ਹੈਗੇ ਮਤਲਬ ਜਿਹੜੇ। ਕਿਉਂ ਜਿਹੜੇ ਬੱਚੇ ਤਾਂ ਐਵੇਂ ਥੋੜੇ ਜਿਹੇ ਵਿੱਚੋਂ ਆਉਂਦੇ ਆ, ਜਾਂ ਜਿਹੜੇ ਬਜ਼ੁਰਗ ਹੈਗੇ ਆ ਉਹ ਮਤਲਬ ਜਿਹੜੇ ਉਹ ਕਰੋਨਿਕ ਕੋਈ ਚੱਲੇ ਆ ਰਹੇ ਆ, ਮਾੜੀ ਮੋਟੀ ਕੋਈ ਪਹਿਲਾਂ ਹੁੰਦਾ ਸੀਗਾ ਜਿਵੇਂ ਕੋਈ ਮਾੜੀ ਮੋਟੀ ਘਰਾਂ ਜਿਵੇਂ ਫੀਮ ਆਮ ਹੁੰਦੀ ਸੀ, ਦਵਾਈ ਦੇ ਤੌਰ ਤੇ ਵੀ ਵਰਤਦੇ ਸੀਗੇ, ਉਹ ਜ਼ਿਆਦਾ ਉਸ ਤਰ੍ਹਾਂ ਦੇ ਹੁੰਦੇ ਹੈਗੇ। ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਇਹ ਡੀ ਐਡਿਕਸ਼ਨ ਸੈਂਟਰ, ਤੁਸੀਂ ਇਹਨਾਂ ਦਾ ਇਲਾਜ ਕਰ ਰਹੇ ਹੋ, ਤੁਸੀਂ ਇਹਦੇ ਲਈ ਕਰ ਰਹੇ ਹੋ, ਪਰ ਤੁਸੀਂ ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ ਇਹਦੇ ਇਲਾਜ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਇਹਦੀ ਪ੍ਰੀਵੈਂਸ਼ਨ ਲਈ ਕੋਸ਼ਿਸ਼ ਕਿਉਂ ਨਹੀਂ ਹੋ ਰਹੀ? ਹਾਂਜੀ ਸਰ, ਅਸੀਂ ਦੇਖੋ ਗੱਲ ਇਹ ਹੈ ਵੀ ਅਸੀਂ ਤਾਂ ਐਜ਼ ਡਾਕਟਰ ਸਾਰਾ ਕੁਝ ਸੋਚਦੇ ਹੈਗੇ ਆ, ਉਪਰਾਲੇ ਗਵਰਨਮੈਂਟ ਵੱਲੋਂ ਵੀ ਹੁੰਦੇ ਆ ਵੈਸੇ, ਪਰ ਉਹ ਉਪਰਾਲੇ ਕਾਮਯਾਬ ਨਹੀਂ ਹੈਗੇ ਹਜੇ, ਜਾਂ ਬਹੁਤ ਸ਼ੁਰੂਆਤ ਹੈ ਹਜੇ। ਇਹ ਡਰੱਗਸ ਨੂੰ ਰੋਕਣ ਵਾਸਤੇ ਦੇਖੋ 3 ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਸਪਲਾਈ ਰਿਡਕਸ਼ਨ, ਦੂਜਾ ਹੁੰਦਾ ਡਿਮਾਂਡ ਰਿਡਕਸ਼ਨ, ਤੀਜਾ ਹੁੰਦਾ ਹਾਰਮ ਰਿਡਕਸ਼ਨ। ਸੋ ਇਹ ਜਿਹੜੀ ਹਾਰਮ ਰਿਡਕਸ਼ਨ ਹੈ, ਹਾਰਮ ਰਿਡਕਸ਼ਨ ਦੇ ਮਤਲਬ ਇਹ ਹੈਗਾ ਵੀ ਜਿਹੜੇ ਦਵਾਈਆਂ ਦੇ ਲੈਣ ਦੇ ਨਾਲ ਤੇ ਨਸ਼ਿਆਂ ਦੇ ਲੈਣ ਦੇ ਨਾਲ ਜਿਹੜੇ ਮਰੀਜ਼ ਨੂੰ ਨੁਕਸਾਨ ਹੋ ਜਾਂਦੇ ਹਨ, ਉਹਨਾਂ ਨੂੰ ਜਦੋਂ ਰੋਕਣਾ ਨਾ ਉਹਨੂੰ ਅਸੀਂ ਹਾਰਮ ਰਿਡਕਸ਼ਨ ਕਹਿੰਦੇ ਹਾਂ। ਫਾਰ ਐਗਜ਼ਾਮਪਲ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ, ਕਿਸੇ ਨੂੰ ਏਡਜ਼ ਹੋ ਗਈ, ਹੁਣ ਇਹਨਾਂ ਦਾ ਇਲਾਜ ਤਾਂ ਕਰਨਾ ਹੀ ਹੈ। ਜਾਂ ਕੋਈ ਨਸ਼ਿਆਂ ਦੇ ਪ੍ਰਤੀ ਜਿਵੇਂ ਡਿਪੈਂਡੈਂਟ ਹੋ ਗਿਆ, ਨਸ਼ੇੜੀ ਬਣ ਗਿਆ, ਉਹਦਾ ਇਲਾਜ ਕਰਨਾ ਹੈ, ਕਿਉਂਕਿ ਉਹਦੇ ਨਾਲ ਨੁਕਸਾਨ ਬਹੁਤ ਹੋ ਰਿਹਾ, ਉਹਦੇ ਪਰਿਵਾਰ ਨੂੰ ਨੁਕਸਾਨ ਹੋ ਰਿਹਾ, ਉਹਦੀ ਸਿਹਤ ਨੂੰ ਨੁਕਸਾਨ ਹੋ ਰਿਹਾ। ਸੋ ਇਹਨੂੰ ਤਾਂ ਕਹਿੰਦੇ ਹਾਰਮ ਰਿਡਕਸ਼ਨ। ਤੇ ਜਿਹੜਾ ਸਪਲਾਈ ਰਿਡਕਸ਼ਨ ਹੈ, ਮਤਲਬ ਵੀ ਨਸ਼ਾ ਆਉਂਦਾ ਹੀ ਕਿਉਂ ਹੈ, ਸਪਲਾਈ ਨੂੰ ਕਿਉਂ ਨਾ ਰੋਕਿਆ ਜਾਵੇ। ਜਿਵੇਂ ਕਿ ਇੰਡੋ ਪਾਕ ਬਾਰਡਰ ਤੋਂ ਸਪਲਾਈ ਹੋ ਰਹੀ ਹੈ, ਇਟਸ ਅ ਵੈਲ ਨੋਨ ਫੈਕਟ ਕਿ ਜਿਹੜਾ ਸਾਡੀ ਜਿਹੜੀ ਸਿਕਿਉਰਿਟੀ ਹੈ ਉਹ ਵੀਕ ਹੈਗੀ ਹੈ, ਤੇ ਉੱਪਰੋਂ ਜਿਹੜਾ ਪਿੱਛੋਂ ਸਪਲਾਈ ਆਉਂਦੀ ਹੈ ਹੀਰੋਇਨ ਦੀ, ਸਮੈਕ ਦੀ, ਬਹੁਤ ਸਾਰੇ ਤਰੀਕਿਆਂ ਨਾਲ ਆਉਂਦੀ ਹੈ। ਡਾਕਟਰ ਸਾਹਿਬ ਮੈਂ ਇਹਦੇ ਤੇ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਿਹੜਾ ਬਾਰਡਰ ਹੈ ਉਹ ਤਾਂ ਨੈਚੁਰਲੀ ਕੁਦਰਤੀ ਤੌਰ ਦੇ ਉੱਤੇ ਕੇਂਦਰ ਸਰਕਾਰ ਦਾ ਉਹਦੇ ਤੇ ਹੈਗਾ, ਉਸ ਨੂੰ ਕੰਟਰੋਲ ਕਰਨਾ, ਬਾਰਡਰ ਉਹਨਾਂ ਦੇ ਆਉਂਦਾ ਹੈ, ਔਰ ਇੰਨੀ ਸਖਤੀ ਹੋਣ ਦੇ ਬਾਵਜੂਦ ਉਹਦੇ ਵਿੱਚ ਚੋਰ ਮੋਰੀਆਂ ਕਿਉਂ ਹੈਗੀਆਂ, ਕਿਉਂ ਨਹੀਂ ਰੋਕਿਆ ਜਾ ਸਕਦਾ, ਜਾਂ ਰੋਕਣ ਦੀ ਇੱਛਾ ਨਹੀਂ ਹੈਗੀ? ਉਹਦੇ ਵਿੱਚ ਫਿਰ ਉਹ ਇਹ ਭਾਜੀ ਇਟ ਇਜ਼ ਕਮਿਟਮੈਂਟ ਆਫ ਦੀ ਫੋਰਸਿਸ। ਠੀਕ ਹੈ ਨਾ ਜੀ, ਫੋਰਸ ਕਿੰਨੀ ਕਮਿਟ ਹੈ ਸਾਡੀ। ਪਿੱਛੇ ਜੇ ਇਹਨਾਂ ਨੇ ਕਾਫੀ ਕੀਤਾ ਸੀਗਾ ਇਹ ਪਿਛਲੇ ਸਾਲ, ਜਿੱਦਾਂ ਕਿਉਂਕਿ ਇਹ ਚੀਜ਼ਾਂ ਉੱਠੀਆਂ ਸੀਗੀਆਂ ਇਹ ਗੱਲਾਂ, ਤਾਂ ਇਹਨਾਂ ਨੇ ਕੀਤਾ ਵੀ ਹੈ, ਮਤਲਬ ਬਹੁਤ ਸੀਜ਼ਰਸ ਵੀ ਕੀਤੇ ਹੈ, ਤੇ ਉਹ ਕਾਫੀ ਅਮਾਊਂਟ ਫੜ ਰਹੇ ਹੈ, ਬਟ ਸਟਿਲ ਇਟ ਇਜ਼ ਕੰਟੀਨਿਊਇੰਗ। ਅੱਛਾ, ਮਤਲਬ ਸੀਲ ਨਹੀਂ ਹੋਇਆ। ਬਾਕੀ
ਹਾਂ ਪੂਰਾ ਸੀਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਹ ਤਾਂ ਜਿੰਨਾ ਚਿਰ ਜਿਵੇਂ ਹੈ ਨਾ ਵੀ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਦੇਸ਼ ਨੂੰ, ਮਤਲਬ ਨਾ ਨੌਜਵਾਨ ਨੂੰ। ਪੰਜਾਬ ਤੇ ਇੱਧਰ ਸਮਝ ਲਓ JNK ਤੇ ਸਾਡਾ ਜਿਹੜਾ ਰਾਜਸਥਾਨ ਬਾਰਡਰ ਹੈ ਇਹਦਾ ਬਿਲਕੁਲ ਪੋਰਸ ਹੈਗਾ ਹੈ ਜੀ ਜੀ ਜੀ। ਇਹਨੂੰ ਜਿਹੜਾ ਪਲੱਗ ਕਰ ਦੇਣਾ ਚਾਹੀਦਾ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ ਨੂੰ ਪੂਰਾ ਇਹਦਾ ਸਗੋਂ ਧਿਆਨ ਕਰਨਾ ਚਾਹੀਦਾ ਹੈਗਾ। ਡਾਕਟਰ ਸਾਹਿਬ ਨਸ਼ਾ ਨਹੀਂ ਇਕੱਲੀ ਜੀ 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 ਡਾਕਟਰ ਸਾਹਿਬ ਨਸ਼ਾ ਪਹੁੰਚ ਗਿਆ ਇੱਥੇ ਬਾਜ਼ਾਰ ਦੇ ਵਿੱਚ, ਇਹਨਾਂ ਦੇ ਕੋਲ ਸਪਲਾਇਰ ਦੇ ਕੋਲ ਆ ਗਿਆ, ਪਰ ਜਿਹੜੇ ਇਸ ਨੂੰ ਇਹਨੂੰ ਵੰਡਣ ਵਾਲੇ, ਵੇਚਣ ਵਾਲੇ, ਪਹੁੰਚਾਉਣ ਵਾਲੇ ਉਹ ਤਾਂ ਪੰਜਾਬੀ ਹਨ ਨਾ, ਜਿਹੜੇ ਇਹਨੂੰ ਵੰਡ ਰਹੇ ਆ ਪੰਜਾਬੀ ਹੈ ਜੀ। ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਹਾਂਜੀ, ਤੇ ਉਹ ਕਿਹੜੇ ਲੋਕ ਹੈਗੇ ਆ, ਉਹ ਕਿਹੜੇ ਲੋਕ ਹੈ, ਉਹ ਕਿਸ ਤਰ੍ਹਾਂ ਕਰਦੇ ਆ? ਉਹ ਤੇ ਸਭ ਤਰ੍ਹਾਂ ਦੇ ਲੋਕ ਹੈ ਜੀ। ਉਹ ਤਾਂ ਜਿਹੜੇ ਨਸ਼ਾ ਲੈਣ ਲੱਗ ਜਾਂਦੇ ਨੇ, ਗਰੀਬ ਤੋਂ ਗਰੀਬ ਲੋਕ ਹੈ ਜਿਵੇਂ, ਉਹ ਵੀ ਉਹਦੀ ਪਾਰਟੀ ਹੈ। ਉਹ ਵੀ ਜਿਵੇਂ ਸਾਡੇ ਕੋਲੇ ਜਿਵੇਂ ਕਈ ਵਾਰੀ ਬੰਦੇ ਦਾਖਲ ਵੀ ਹੁੰਦੇ ਆ ਨਾ, ਜਿਵੇਂ ਹੁਣੇ ਇੱਕ ਬੰਦਾ ਐਡਮਿਟ ਹੈ ਜਿਵੇਂ ਮੇਰੇ ਕੋਲੇ, ਉਹਨੂੰ ਅਸੀਂ ਪੁੱਛਦੇ ਆ ਵੀ ਤੂੰ, ਤੇਰਾ ਕੋਈ ਜ਼ਮੀਨ ਹੈ ਨਹੀਂ, ਕਰਦਾ ਤੂੰ ਲੇਬਰ ਹੈ, ਤੂੰ ਕਹਿੰਦਾ ਵੀ ਮੈਂ ਰੋਜ਼ ਦੀ 4000 ਦੀ ਸਮੈਕ ਲੈ ਲੈਂਦਾ, ਤੇ ਫਿਰ ਤੂੰ ਕਿੱਥੋਂ ਆਉਂਦੀ ਹੈ, ਤੇਰੇ ਕੋਲ ਪੈਸੇ ਕਿੱਥੋਂ ਆਉਂਦੇ ਆ? ਤਾਂ ਫਿਰ ਵਿੱਚੋਂ ਗੱਲ ਇਹ ਨਿਕਲਦੀ ਹੈ ਵੀ ਉਹ ਬਿਜ਼ਨਸ ਕਰਦੇ ਆ ਉਹ ਲੋਕ, ਵੀ ਇਧਰੋਂ ਲੈ ਕੇ ਇੱਕ ਬੰਦੇ ਤੋਂ ਲੈ ਕੇ ਦੂਜੇ ਬੰਦੇ ਨੂੰ ਅੱਗੇ ਦੇਈ ਜਾਂਦੇ ਆ, ਉਹਦੇ ਵਿੱਚੋਂ ਇਹ ਪ੍ਰੋਫਿਟ ਕਮਾਉਂਦੇ ਆ। ਮਤਲਬ ਉਹ ਇੱਕ ਤਰ੍ਹਾਂ ਨਾਲ ਇਹਨੂੰ ਡਰੱਗ ਡੀਲਿੰਗ ਕਹਿੰਦੇ ਆ, ਜਾਂ ਬਿਜ਼ਨਸ ਕਰੋ, ਵਪਾਰ ਕਰਦੇ ਪਏ ਆ ਇਹ। ਉਹ ਆਮ ਬੰਦਾ ਵੀ ਇੱਕ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਇੱਕ ਜਿਹੜਾ ਨਾ ਬਿਜ਼ਨਸ ਕਰਨ ਲੱਗ ਗਿਆ। ਬਾਕੀ ਰਿਚ ਤਾਂ ਕਰਦੇ ਹੈਗੇ ਆ ਜੀ, ਜਿਹੜੇ ਜਿਵੇਂ ਆਪ ਸੁਣਦੇ ਨਾ ਜੀ, ਰਿਚ ਬੰਦੇ ਇਨਵੋਲਡ ਹੈ ਜੀ, ਬੜੇ ਵੱਡੇ ਵੱਡੇ ਬੰਦੇ ਇਨਵੋਲਡ ਹੈਗੇ ਜੀ ਇਹਨਾਂ ਇਸ ਕੰਮ ਦੇ ਵਿੱਚ। ਪਿੰਨ ਪੁਆਇੰਟ ਕਰਨਾ ਬੜਾ ਮੁਸ਼ਕਿਲ ਹੈਗਾ ਸਰ ਇਹ। ਡਾਕਟਰ ਸਾਹਿਬ ਇੱਕ ਛੋਟਾ ਜਿਹਾ ਵਕਫਾ ਸਾਨੂੰ ਲੈਣਾ ਪੈਣਾ, ਤੁਸੀਂ ਕਿਰਪਾ ਕਰਕੇ ਲਾਈਨ ਤੇ ਰਹੋ, ਬਹੁਤ ਹੀ ਅਹਿਮ ਜਾਣਕਾਰੀ ਦੇ ਰਹੇ ਹੋ। ਤੁਹਾਡੇ ਕੋਲੋਂ ਅਸੀਂ ਕਈ ਕਿਸਮ ਦੇ ਸਵਾਲ ਔਰ ਫਿਰ ਇਹਦਾ ਹੱਲ ਵੀ ਜੇ ਕੁਝ ਹੈ ਕਿ ਨਹੀਂ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਿਰਪਾ ਕਰਕੇ ਲਾਈਨ ਤੇ ਬਣੇ ਰਹੋ ਜੀ। ਠੀਕ ਹੈ ਜੀ, ਸ਼ੁਕਰੀਆ ਜੀ। ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਸੀ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਇੰਚਾਰਜ ਡਾਕਟਰ ਪੁਰਸ਼ੋਤਮ ਦਾਸ ਗਰਗ, ਜਿਨ੍ਹਾਂ ਨੇ ਸਾਰਾ ਵਿਸਥਾਰ ਸਹਿਤ ਦੱਸਿਆ ਕਿ ਇਹ ਨਸ਼ਿਆਂ ਦੀ ਹਾਲਤ ਕਿਤਨੀ ਗੰਭੀਰ ਹੈ ਔਰ ਕੋਈ ਐਸਾ ਤਬਕਾ ਨਹੀਂ ਹੈ ਜਿਹੜਾ ਕਿ ਇਸ ਤੋਂ ਬਚਿਆ ਹੋਇਆ ਹੈ। ਉਹਨਾਂ ਨੇ ਪੂਰੇ ਵਿਸਥਾਰ ਸਹਿਤ ਇਹਦੇ ਕਾਰਨ ਔਰ ਕਿਸ ਕਿਸਮ ਦੇ ਨਸ਼ੇ ਵਰਤੇ ਜਾਂਦੇ ਹਨ, ਇਹਨਾਂ ਦੀ ਸਪਲਾਈ ਕਿੱਥੋਂ ਹੈ, ਉਸ ਦੇ ਬਾਰੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਡਾਕਟਰ ਸਾਹਿਬ ਵਕਫੇ ਦੇ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀਗੇ ਜੀ, ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਆਮ ਤੌਰ ਦੇ ਉੱਤੇ ਗਰੀਬ ਤਬਕਾ ਜਿਹੜਾ ਹੈ ਇਸ ਤੋਂ ਪ੍ਰਭਾਵਿਤ ਹੈ ਔਰ ਅਮੀਰ ਲੋਕ ਇਸ ਨੂੰ ਵੇਚਦੇ ਹਨ। ਕੀ ਅਮੀਰ ਇਸ ਤੋਂ ਪ੍ਰਭਾਵਿਤ ਨਹੀਂ ਆ? ਨਹੀਂ ਜੀ, ਮੈਂ ਤਾਂ ਇਹ ਦੱਸ ਰਿਹਾ ਤੁਹਾਨੂੰ, ਅਮੀਰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੈਗਾ ਜੀ, ਪਰ ਅਮੀਰ ਹੈ ਸਾਡੇ ਕੋਲ ਮਤਲਬ ਆਂਦਾ ਨਹੀਂ ਖੁੱਲੇ ਆਮ। ਹਾਂਜੀ, ਅਮੀਰ ਛੁਪਿਆ ਛੁਪਿਆ ਕੰਮ ਕਰਦਾ ਹੈਗਾ। ਅੱਛਾ, ਤੇ ਅਮੀਰ ਤਬਕਾ ਜਿਹੜਾ ਹੈਗਾ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮਤਲਬ ਇਸ ਵੇਲੇ ਜਿਵੇਂ ਮਿਡਲ ਕਲਾਸ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਨਾ, ਮਿਡਲ ਕਲਾਸ ਦੇ ਜਿਹੜੇ ਮੈਰਿਡ ਲੜਕੇ ਆਉਂਦੇ ਆ, ਲੜਕੇ ਲੜਕੀਆਂ, ਇਹ ਤਕਰੀਬਨ ਮਿਡਲ ਟੂ ਅਪਰ ਕਲਾਸ ਲੋਕ ਹੁੰਦੇ ਹੈਗੇ ਆ। ਠੀਕ ਹੈ, ਠੀਕ ਹੈ। ਇਹ ਮਤਲਬ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪਰ ਇਹ ਕਿਉਂਕਿ ਸੁਵਿਧਾ ਇੰਨੀ ਵਧੀਆ ਨਹੀਂ ਹੁੰਦੀ ਗੀ। ਹਾਂਜੀ, ਤੇ ਜਦੋਂ ਕਿਤੇ ਸੀ ਥੋੜਾ ਬਹੁਤ ਜਿਵੇਂ ਕਮਰਾ ਅਲੱਗ ਭਾਲਦੇ ਆ, ਜਿੱਦਾਂ ਕੋਈ ਆਈਸੋਲੇਸ਼ਨ ਭਾਲਦੇ ਆ, ਪ੍ਰਾਈਵੇਸੀ ਭਾਲਦੇ ਆ। ਹਾਂਜੀ, ਉਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਜਦੋਂ ਨਹੀਂ ਮਿਲਦੀਆਂ ਤਾਂ ਫਿਰ ਉਹ ਤਾਂ ਕਰਕੇ ਹੁਣ ਸਾਡੇ ਕੋਲ ਘੱਟ ਆ ਰਿਹਾ। ਜੇ ਅਸੀਂ ਪ੍ਰੋਵਾਈਡ ਕਰ ਦਈਏ ਤਾਂ ਵੱਧ ਜਾਂਦੇ ਆ। ਜੀ ਜੀ ਜੀ। ਤੇ ਕੀ ਇਸ ਤੋਂ ਖਾਲੀ ਲੜਕੇ ਹੀ ਪ੍ਰਭਾਵਿਤ ਹੈਗੇ ਆ, ਇਸ ਆਦਮੀ ਹੀ ਪ੍ਰਭਾਵਿਤ ਹਨ ਇਹਨਾਂ ਨਸ਼ਿਆਂ ਤੋਂ? ਹਾਂ ਨਹੀਂ ਜੀ, ਲੜਕੀਆਂ ਤੁਹਾਨੂੰ ਦੱਸਿਆ ਸੀ ਮੈਂ। ਅੱਛਾ, ਉਹ ਵੀ ਰੇਸ਼ੋ ਘੱਟ ਹੈ। ਲੜਕੀਆਂ ਵੀ ਪ੍ਰਭਾਵਿਤ ਹੈ ਪਰ ਉਹਨਾਂ ਦੀ ਰੇਸ਼ੋ ਹਜੇ ਬਹੁਤ ਘੱਟ ਹੈਗੀ ਹੈ। ਇਟ ਇਜ਼ ਦ ਟਿਪ ਆਫ ਦਾ ਆਈਸਬਰਗ। ਪਰ ਸ਼ੁਰੂ ਹੋ ਚੁੱਕਾ ਹੈ, ਹੁਣੇ ਦੱਬਣਾ ਚਾਹੀਦਾ, ਸ਼ੁਰੂ ਹੋ ਚੁੱਕਿਆ, ਹੁਣੇ ਦੱਬਿਆ ਜਾਣਾ ਚਾਹੀਦਾ ਉਸਨੂੰ। ਮਤਲਬ ਇਸੇ ਕਰਕੇ ਸਾਡਾ ਇਹ ਉਪਰਾਲਾ ਜ਼ਰੂਰੀ ਹੈ। ਜੀ ਜੀ। ਤੇ ਡਾਕਟਰ ਸਾਹਿਬ ਜਿਹੜਾ ਤੁਸੀਂ ਮਕਬੂਲਪੁਰਾ, ਜਿਹੜਾ ਇੱਕ ਬੜੇ ਸਾਰੇ ਸ਼ਾਇਦ ਇਸ ਡਰੱਗਸ ਦੇ ਨਕਸ਼ੇ ਦੇ ਉੱਤੇ ਇੱਕ ਬੜਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ, ਉੱਥੇ ਦੀ ਕੀ ਹਾਲਤ ਹੈਗੀ ਹੈ? ਕੁਛ ਉਹਦੇ 'ਚ ਇੰਪਰੂਵਮੈਂਟ ਹੋਈ, ਕੁਛ ਉਹਦੇ 'ਚ ਕੋਈ ਹੈ? ਦੇਖੋ ਜੀ ਲੰਬਾ ਸਾਹਿਬ, ਹੁਣ ਤਾਂ ਇਹ ਲੱਗ ਰਿਹਾ ਵੀ ਸਾਰਾ ਪੰਜਾਬ ਹੀ ਮਕਬੂਲਪੁਰਾ ਹੈ।
ਜੀ 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 ਜਦੋਂ ਅਸੀਂ ਦੇਖਦੇ ਹਾਂ ਸਿਚੁਏਸ਼ਨ ਸਾਰੇ ਕਿਤੇ ਇੱਕੋ ਜੀ ਹੈ। ਮਕਬੂਲਪੁਰਾ ਇੱਕ ਹੈ ਵੀ ਅਰਬਨ ਲੋਕੈਲਿਟੀ ਹੈ ਜੀ, ਪਾਵਰਟੀ ਉੱਥੇ ਜ਼ਿਆਦਾ ਹੈਗੀ ਹੈ ਤੇ ਬਾਕੀ ਉੱਥੇ ਜਿਹੜੀਆਂ ਬੇਸਿਕ ਫੈਸਿਲਿਟੀਜ਼ ਹੈ, ਲਿਵਿੰਗ ਕੰਡੀਸ਼ਨਸ ਹੈ, ਜਿਵੇਂ ਉਹ ਬਿਲੋ ਸਟੈਂਡਰਡ ਹੈ, ਪੂਰ ਕਮਿਊਨਿਟੀ ਹੈਗੀ ਹੈ, ਸੈਨੀਟੇਸ਼ਨ ਦੀ ਪ੍ਰੋਬਲਮ ਹੈ, ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ। ਇਸ ਕਰਕੇ ਉੱਥੇ ਜਿਹੜਾ ਹੈਗਾ ਡਰੱਗਸ ਦਾ ਵੀ ਸਿਨੈਰੀਓ ਕਾਫੀ ਜ਼ਿਆਦਾ ਚੱਲਦਾ ਪਿਆ। ਉਹ ਇੱਕ ਤਰ੍ਹਾਂ ਦਾ ਏਰੀਆ ਬਦਨਾਮ ਹੋਇਆ ਹੋਇਆ ਜੀ 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 ਮਤਲਬ ਡਰੱਗਸ ਦੀ ਸਪਲਾਈ ਆ ਉੱਥੇ ਫ੍ਰੀ ਚੱਲਦਾ ਹੈਗਾ, ਜਿਸ ਤਰ੍ਹਾਂ ਕੈਪਸੂਲਸ ਵਗੈਰਾ। ਉੱਥੇ ਜ਼ਿਆਦਾ ਇਹ ਕੈਪਸੂਲਸ ਦਾ ਜਿਹੜਾ ਹੈ ਨਾ ਨਸ਼ਾ, ਮੈਡੀਕਲ ਦਾ ਨਸ਼ਾ ਜ਼ਿਆਦਾ ਕਾਮਨ ਹੈ ਕਿਉਂਕਿ ਜ਼ਿਆਦਾ ਪੂਰ ਲੋਕ ਹੈਗੇ ਨਾ। ਤੇ ਹੈਰੋਇਨ ਵੀ ਉੱਥੇ ਹੈ ਪਰ ਮਤਲਬ ਰਿਵਰਸ ਹੈ ਜੀ, 20% ਹੈਰੋਇਨ 80% ਕੈਪਸੂਲ ਹੈ ਜੀ। ਜਿਹੜੇ ਬਾਹਰਲੇ ਦੇਖਦੇ ਆ ਅਸੀਂ 80% ਹੈਰੋਇਨ ਹੈ ਤੇ 20% ਕੈਪਸੂਲ ਹੈ ਜੀ। ਇਸ ਤਰ੍ਹਾਂ ਦਾ ਮੇਰਾ ਇੰਪ੍ਰੈਸ਼ਨ ਹੈਗਾ। ਅੱਛਾ ਡਾਕਟਰ ਸਾਹਿਬ ਇੱਕ ਗੱਲ ਦੱਸੋ ਜੀ, ਇੱਕ ਬੜਾ ਛੋਟਾ ਜਿਹਾ ਸਵਾਲ ਹੈ, ਇਹ ਕਿਸ ਤਰ੍ਹਾਂ ਹੋ ਜਾਂਦਾ ਹੈ ਕਿ ਜਿੱਥੇ ਇੰਨੀ ਸਖਤੀ ਹੈ, ਇੰਨੀ ਸਿਕਿਉਰਿਟੀ ਹੈ, ਜੇਲ੍ਹਾਂ ਵਿੱਚ ਇਹ ਨਸ਼ਾ ਕਿਸ ਤਰ੍ਹਾਂ ਮਿਲ ਜਾਂਦਾ ਤੇ ਬਿਹਤਰ ਕੁਆਲਿਟੀ ਦਾ ਕਿਉਂ ਮਿਲ ਜਾਂਦਾ? ਉਹ ਲੋਕਾਂ ਕੋਲ ਇਹਨਾਂ ਦੇ ਬੜੇ ਤਰੀਕੇ ਹੈਗੇ ਆ ਨਸ਼ੇ ਨੂੰ ਅੰਦਰ ਭੇਜਣ ਦੇ ਵਿੱਚ। ਜਿਵੇਂ ਪਹਿਲਾਂ ਤਾਂ ਸਾਡੀ ਜੇਲ੍ਹ ਦੀ ਕੋ ਸਿਕਿਉਰਿਟੀ ਵੀਕ ਹੈਗੀ ਹੈ ਜੀ। ਸਾਡੇ ਜਿਹੜੇ ਹੈ ਸਮਾਨ ਜਿਹੜਾ ਅੰਦਰ ਭੇਜਦੇ ਆ ਨਾ, ਉਹ ਕੁਛ ਬੰਦੇ ਹੀ ਹੁੰਦੇ ਆ ਨਾ ਆਫਟਰ ਆਲ ਜੀ। ਤੇ ਉਹਦੇ ਵਿੱਚ ਮਤਲਬ ਜੇ ਕਿਸੇ ਦੀ ਨੀਅਤ ਠੀਕ ਨਹੀਂ ਹੈਗੀ ਆ ਉਸ ਚੀਜ਼ ਚ ਅੰਦਰ ਭੇਜ ਦਿੰਦੇ ਆ ਉਹ। ਤੇ ਦੂਸਰੀ ਗੱਲ ਹੈ ਜੇ ਨਹੀਂ ਵੀ ਭੇਜਣਾ ਚਾਹੁੰਦੇ, ਸਖਤੀ ਹੈ ਮੰਨ ਲਓ, ਤਾਂ ਫਿਰ ਲੋਕੀ ਜਿਹੜਾ ਉਹ ਫਰੂਟ ਦੇ ਵਿੱਚ ਪਾ ਕੇ ਭੇਜ ਦੇਣਗੇ, ਕਿਸੇ ਨਾ ਕਿਸੇ ਢੰਗ ਦੇ ਨਾਲ ਨਾ ਛੁਪਾ ਕੇ ਭੇਜ ਦੇਣਗੇ, ਜਿਹਨੂੰ ਸਿਕਿਉਰਿਟੀ ਗਾਰਡ ਨੂੰ ਪਤਾ ਨਹੀਂ ਲੱਗਦਾ ਹੈਗਾ। ਉਹਨੇ ਵੈਸੇ ਅੰਮ੍ਰਿਤਸਰ ਨਿਊਜ਼ ਦੀਆਂ ਖਬਰਾਂ ਆਉਂਦੀਆਂ ਵੀ ਹੈਗੀਆਂ ਵੀ ਬੜੇ ਉਹ ਨੋਵਲ ਢੰਗ ਲੱਭਦੇ ਰਹਿੰਦੇ ਹੈਗੇ ਟੂ ਸਪਲਾਈ ਡਰੱਗਸ ਇਨਸਾਈਡ। ਡਾਕਟਰ ਸਾਹਿਬ ਤੁਸੀਂ ਜਿਸ ਤਰ੍ਹਾਂ ਦੱਸਿਆ, ਜਿਹੜਾ ਸਿਨੈਰੀਓ ਦੱਸ ਰਹੇ ਹੋ ਕਿ ਬਾਰਡਰ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਤੇ ਪੁਲਿਸ ਤੋਂ ਲੈ ਕੇ ਤੇ ਸਾਰਾ ਸਿਸਟਮ ਹੀ ਜਿਹੜਾ ਇੱਕ ਕਿਸਮ ਦਾ ਨਸ਼ੇ ਦੇ ਵਿੱਚ ਸੁੱਤਾ ਪਿਆ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਤਾਂ ਕੀ ਜਿਹੜੇ ਬੰਦੇ ਇੱਥੇ ਬਾਹਰ ਰਹਿ ਰਹੇ ਹੈ NRI, ਕੀ ਕੋਈ ਪੋਸੀਬਿਲਿਟੀ ਹੈ ਕਿ ਇਹ ਚੌਕੇ ਪੰਜਾਬ ਦੇ ਲਈ ਬਹੁਤ ਕੰਸਰਨਡ ਹੈਗੇ ਹੈ, ਇਹ ਆਪਣੇ ਪਿੰਡਾਂ ਦੇ ਵਿੱਚ ਛੋਟੀਆਂ ਕਮੇਟੀਆਂ ਗਠਿਤ ਕਰਨ, ਉੱਥੇ ਬੰਦਿਆਂ ਦਾ ਸਟੈਟਿਸਟਿਕਸ ਇਕੱਠਾ ਕਰਨ, ਮੋਨੀਟਰਿੰਗ ਕਰਨ, ਰਿਮਾਈਂਡਰ ਦੇਣ, ਹੈਲਪ ਕਰਨ, ਡਾਕਟਰਾਂ ਦੇ ਨਾਲ ਰਾਬਤੇ ਦੇ ਵਿੱਚ ਰਹਿਣ? ਇਹ ਅਗਰ ਇਸ ਤਰ੍ਹਾਂ ਦੀ ਕੋਈ ਕਮੇਟੀ ਆਪਣੇ ਪੱਧਰ ਤੇ ਬਣਾਉਣ, ਕੀ ਇਹ ਸਰਕਾਰ ਵੱਲੋਂ ਇਸ ਦੇ ਵਿੱਚ ਕੋਈ ਸਹਿਯੋਗ ਦਿੱਤਾ ਜਾਏਗਾ ਜਾਂ ਇਹ ਕੀਤਾ ਜਾ ਸਕਦਾ? ਤੁਹਾਨੂੰ ਇਹ ਸੁਝਾਅ ਕਿਸ ਤਰ੍ਹਾਂ ਜਾਏਗਾ ਜੀ? ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਚਾਹੇ ਇੰਨੀ ਕੁ ਪ੍ਰੋਬਲਮ ਵਧੀ ਹੋਈ ਜ਼ਰੂਰ ਹੈ, ਪਰ ਸਾਡੇ ਜਿਹੜੇ ਮੁੱਖ ਮੰਤਰੀ ਸਰਦਾਰ ਬਾਦਲ ਸਾਹਿਬ ਜਿਹੜੇ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਕੰਸਰਨ ਹੈ ਇਸ ਦੇ ਬਾਰੇ। ਕਿਉਂਕਿ ਮੈਂ ਇੱਕ ਉਹਨਾਂ ਦੀ ਮੀਟਿੰਗ ਅਟੈਂਡ ਕੀਤੀ ਸੀ 22 ਅਪ੍ਰੈਲ 2012 ਦੇ ਵਿੱਚ, ਤੇ ਉਹਨਾਂ ਨੇ ਪੂਰੀ ਰੂਪ ਰੇਖਾ ਬਣਾਈ ਸੀਗੀ। ਪੂਰਾ ਸਾਡੇ PGI ਦੇ ਡਾਕਟਰ ਸਾਹਿਬ ਬੁਲਾਏ ਹੋਏ ਸੀਗੇ, ਡਾਕਟਰ ਅਵਸਥੀ ਤੇ ਡਾਕਟਰ ਬਾਪੂ, ਐਕਸਪਰਟਸ, ਤੇ ਸਾਡੇ ਮੈਡੀਕਲ ਕਾਲਜਾਂ ਦੇ ਸਾਰੇ ਪ੍ਰੋਫੈਸਰ, ਬਾਬਾ ਫਰੀਦ ਯੂਨੀਵਰਸਿਟੀ ਦੇ ਸੀਗੇ VC ਸਾਹਿਬ, ਤੇ ਸਾਰੇ ਸਾਡੇ ਜੇ ਦੋਨੇ ਮੰਤਰੀ ਹੈਲਥ ਦੇ ਤੇ ਮੈਡੀਕਲਾਈਜੇਸ਼ਨ ਦੇ ਬਲਾਕ ਵੀ, ਉਹਨਾਂ ਨੇ ਪੂਰੀ ਰੂਪ ਰੇਖਾ ਬਣਾਈ ਸੀਗੀ ਕਿ ਇਸ ਤਰ੍ਹਾਂ ਪੰਜਾਬ ਦੇ 50 ਵਿਸ਼ਿਆਂ ਵਾਲੇ 5 ਹਸਪਤਾਲ ਹੋਰ ਬਣਾਉਣੇ ਆ, ਜਿਵੇਂ ਸਾਡੇ ਪੈਟਰਨ ਦੇ ਉੱਤੇ ਨਾ ਮਾਡਲ ਡੀ ਐਡਿਕਸ਼ਨ ਸੈਂਟਰ ਉਹਨਾਂ ਨੂੰ ਕਿਹਾ ਸੀ। ਉਹ ਬਣਨੇ ਆ ਪਟਿਆਲਾ, ਜਲੰਧਰ, ਫਰੀਦਕੋਟ ਤੇ ਬਠਿੰਡਾ। ਤੇ 31 ਜਿਹੜੀਆਂ ਸਾਡੀਆਂ ਤਹਿਸੀਲਾਂ ਜਾਂ ਡਿਸਟ੍ਰਿਕਟ ਲੈਵਲ ਹੈ, ਉੱਥੇ 10-10 ਵਿਸ਼ਿਆਂ ਦੇ ਹਸਪਤਾਲ ਬਣਾਉਣੇ ਆ ਜੀ। ਔਰ ਇਹ ਮਤਲਬ ਇਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਬਹੁਤ ਫਾਸਟ ਕੰਮ ਸ਼ੁਰੂ ਕੀਤਾ ਹੋਇਆ ਹੈਗਾ। ਮਤਲਬ ਬਹੁਤ ਸਮਾਂ ਤੇ ਤਾਂ ਬਿਲਡਿੰਗਾਂ ਬਣਦੀਆਂ ਪਈਆਂ, ਅੱਧੀਆਂ ਤਾਂ ਬਣਦੀਆਂ ਹੋਣੀਆਂ ਹੈਗੀਆਂ। ਔਰ ਕੰਮ ਜਿਵੇਂ ਇਨਫਰਾਸਟ੍ਰਕਚਰ ਹਰ ਥਾਂ ਤੇ ਸਾਡੇ ਸਾਈਕੈਟਰੀ ਡਿਪਾਰਟਮੈਂਟ ਦੇ ਜਿਹੜੇ ਡਾਕਟਰ ਹੈ, ਸਾਈਕੈਟਰਿਸਟ ਹੈ, ਉਹ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ 'ਚ ਹੈਗਾ ਇੱਕ ਡਾਕਟਰ ਡਿਸਟ੍ਰਿਕਟ ਹੈਡਕੁਆਟਰ ਤੇ। ਅੱਛਾ ਡਾਕਟਰ ਸਾਹਿਬ, ਸਮਾਂ ਸਮਾਪਤ ਹੈ। ਸਿਰਫ ਇੱਕ ਛੋਟਾ ਜਿਹਾ ਸਵਾਲ ਹੈ, ਅਗਰ 1 ਤੋਂ 10 ਤੱਕ ਦੀ ਸਕੇਲ ਦੇ ਵਿੱਚ ਦੇਖਿਆ ਜਾਏ, ਇਹ ਨਸ਼ਿਆਂ ਦਾ ਜਿਹੜਾ ਹਾਲਤ ਹੈ, ਤੁਸੀਂ ਪੰਜਾਬ ਨੂੰ ਇੱਕ ਜਿਹੜਾ ਬਿਲਕੁਲ ਤੰਦਰੁਸਤ ਹਾਲਤ ਵਿੱਚ ਔਰ 10 ਬਿਲਕੁਲ ਅਖੀਰਲੇ ਸਾਹਾਂ ਤੇ, ਤੁਸੀਂ ਪੰਜਾਬ ਨੂੰ ਇਸ ਸਕੇਲ ਦੇ ਵਿੱਚ ਕਿੱਥੇ ਰੱਖਦੇ ਹੋ 1 ਤੋਂ 10 ਦੀ ਸਕੇਲ ਵਿੱਚ? ਮੈਂ ਇਹਨੂੰ 6 ਦੇ ਉੱਤੇ ਰੱਖਦਾ ਜੀ। ਅੱਛਾ ਚਲੋ, ਅਜੇ ਸਾਹ ਬਾਕੀ ਹੈ, ਅਜੇ ਹੋਰ ਇਹਦੇ ਵਧਣ ਦੇ ਆਸਾਰ ਜਾਂ ਚਾਂਸਸ ਹੋ ਸਕਦੇ ਹੈ। ਤੇ
ਹਾਂਜੀ, ਇੱਕ ਬ੍ਰੇਕ ਦੇ ਬਾਅਦ ਡਾਕਟਰ ਸਾਹਿਬ, ਇਹ ਬਹੁਤ ਵਧੀਆ ਸਲਾਹ ਹੈ ਜੀ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਵਕਫਾ ਲੈਂਦੇ ਆ, ਉਹਦੇ ਬਾਅਦ ਤੁਹਾਨੂੰ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਪਰ ਤੁਹਾਡਾ ਸੁਨੇਹਾ ਲੈਣ ਤੋਂ ਬਾਅਦ ਆਪਣੇ ਦਰਸ਼ਕਾਂ ਲਈ ਤੁਸੀਂ ਕਿਰਪਾ ਕਰਕੇ ਲਾਈਨ ਤੇ ਰਹਿਣਾ ਜੀ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਅਸੀਂ ਡਾਕਟਰ ਪੁਰਸ਼ੋਤਮ ਦਾਸ ਜੀ ਨਾਲ ਗੱਲਬਾਤ ਕਰ ਰਹੇ ਹਾਂ। ਅਖੀਰ ਦੇ ਵਿੱਚ ਡਾਕਟਰ ਸਾਹਿਬ, ਇਹ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਪੰਜਾਬ ਦੀ ਹਾਲਤ ਦਰੁਸਤ ਹੁੰਦੀ ਹੈ, ਸਹੀ ਹੁੰਦੀ ਹੈ, ਸਿਹਤ ਸੁਧਰਦੀ ਹੈ, ਤਾਂ ਉਸ ਦਾ ਸਾਰਾ ਸਿਹਰਾ ਸਰਕਾਰ ਦੇ ਉੱਤੇ ਜਾਂਦਾ ਹੈ। ਪਰ ਜੇਕਰ ਉਹ ਦਿਨ ਬ ਦਿਨ ਵਿਗੜਦੀ ਹੈ, ਜਿਵੇਂ ਤੁਸੀਂ ਸਟੈਟਿਸਟਿਕਸ ਦੱਸੇ ਹਨ ਕਿ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਤਾਂ ਉਸ ਦੀ ਜ਼ਿੰਮੇਵਾਰੀ ਤੋਂ ਸਰਕਾਰ ਮੁਨਕਰ ਨਹੀਂ ਹੋ ਸਕਦੀ, ਉਸ ਤੋਂ ਬਰੀ ਨਹੀਂ ਹੋ ਸਕਦੀ। ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਇਹ ਕੀ ਕੁਝ ਕਰ ਸਕਦੇ ਹਨ, ਜਾਂ ਤੁਹਾਡੇ ਇਹਨਾਂ ਨੂੰ ਕੀ ਸੁਨੇਹਾ? ਜੀ ਹਾਂਜੀ, ਮੈਂ ਕਹਿਣਾ ਚਾਹਾਂਗਾ ਵੀ ਜਿੰਨੇ ਆਪਾਂ ਸਮੂਹ ਪੰਜਾਬੀ ਜਿੱਥੇ ਵੀ ਬੈਠੇ ਹਾਂ ਆਲ ਓਵਰ ਦੀ ਵਰਲਡ, ਅਸੀਂ ਜਿੱਥੋਂ ਵੀ ਆਏ ਆ, ਸਾਡੇ ਜਿਹੜੇ ਪਿੰਡ ਹੈਗੇ ਆ, ਸਾਨੂੰ ਚਾਹੀਦਾ ਵੀ ਉਹਨਾਂ 'ਚ ਜਾ ਕੇ ਇੱਕ ਕਮੇਟੀਆਂ ਛੋਟੀਆਂ ਬਣਾਈਏ, ਔਰ ਉਹ ਕਮੇਟੀਆਂ ਦੇ ਅਸੀਂ ਮਤਲਬ ਜਿਹੜੇ ਲੋਕ ਵਹਿਮਾਂ 'ਚ ਫਸੇ ਹੋਏ ਹਨ ਨਸ਼ੇ ਬਾਰੇ, ਸਿੰਪਲ ਛੋਟੀਆਂ ਗੱਲਾਂ ਦੱਸਣੀਆਂ ਕਿ ਜਿਹੜਾ ਨਸ਼ਾ ਇੱਕ ਮਾਨਸਿਕ, ਸਰੀਰਕ ਔਰ ਇਹ ਸਮਾਜਿਕ ਬਿਮਾਰੀ ਹੈ। ਇਹ ਬਿਮਾਰੀ ਤੋਂ ਬਚਿਆ ਜਾ ਸਕਦਾ ਹੈਗਾ, ਇਸ ਦਾ ਇਲਾਜ ਸੰਭਵ ਹੈ ਤੇ ਇਹਦੇ ਉੱਤੇ ਬਹੁਤ ਕੋਈ ਵੱਡਾ ਖਰਚਾ ਵੀ ਨਹੀਂ ਹੁੰਦਾ ਹੈਗਾ। ਸੋ ਉਹਨਾਂ ਨੂੰ ਚਾਹੀਦਾ ਵੀ ਜਿਹੜੇ ਦਿਮਾਗੀ ਬਿਮਾਰੀਆਂ ਦੇ ਐਕਸਪਰਟ ਡਾਕਟਰ ਹਨ, ਥਾਂ ਤੇ ਹੁਣ ਪੰਜਾਬ ਗਵਰਨਮੈਂਟ ਨੇ ਲਾਏ ਹਨ, ਉੱਥੇ ਜਾ ਕੇ ਉਹਨਾਂ ਨੂੰ ਮਿਲਣ। ਬਾਕੀ ਐਡਮਿਨਿਸਟ੍ਰੇਸ਼ਨ ਨੂੰ ਵੀ ਸਿੱਧਾ ਮਿਲ ਸਕਦੇ ਹਨ। ਤੇ ਜੇ ਕਿਤੇ ਜਿਸ ਤਰ੍ਹਾਂ ਕਿਤੇ ਤੁਹਾਨੂੰ ਲੱਗਦਾ ਹੈ ਵੀ ਕਿਤੇ ਸਪਲਾਈ ਲਾਈਨ ਹੈ, ਕਿਤੇ ਸਮਗਲਿੰਗ ਹੁੰਦੀ ਹੈ, ਤਾਂ ਪੁਲਿਸ ਦਾ ਵੀ ਮੈਂ ਦੇਖਦਾ ਹੈਗਾ ਵੀ ਰੋਲ ਸਾਡੇ ਨਾਲ ਇਸ ਵੇਲੇ ਕਾਫੀ ਪੋਜ਼ਿਟਿਵ ਹੈਗਾ। ਸੋ ਪੁਲਿਸ ਨੂੰ ਵੀ ਆਪਾਂ ਕੰਟੈਕਟ ਕਰ ਸਕਦੇ ਹਾਂ। ਦੇਖੋ, ਹਰ ਸੰਸਥਾ ਵਿੱਚ ਅੱਛੇ ਬੰਦੇ ਵੀ ਹੁੰਦੇ ਆ ਤੇ ਬੁਰੇ ਵੀ ਹੁੰਦੇ ਹਨ। ਅਸੀਂ ਅੱਛੇ ਬੰਦਿਆਂ ਨੂੰ ਮਿਲ ਕੇ ਅਸੀਂ ਜਿਹੜੀ ਇਹ ਬੁਰਾਈ ਹੈ ਇਹਦੇ ਉੱਤੇ ਕਾਬੂ ਪਾ ਸਕਦੇ ਹਾਂ। ਸੋ ਆਈਏ ਆਪਾਂ ਰਲ ਮਿਲ ਕੇ ਆਪਣੇ ਸਮਾਜ ਨੂੰ ਵਧੀਆ ਬਣਾਈਏ। ਸਾਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਇੱਕ ਨਾਮ ਹੋਣਾ ਚਾਹੀਦਾ ਹੈਗਾ, ਉਹ ਨਾਮ ਨੂੰ ਆਪਾਂ ਜੋ ਹੈ ਪਹਿਲਾਂ ਹੀ ਉਹਨੂੰ ਅਸੀਂ ਕਾਇਮ ਕਰੀਏ। ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸਰ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਇਹ ਡਾਕਟਰ ਸਾਹਿਬ ਡਾਕਟਰ ਪੁਰਸ਼ੋਤਮ ਦਾਸ ਜੀ ਗਰਗ, ਜਿਹੜੇ ਅੰਮ੍ਰਿਤਸਰ ਤੋਂ ਸਾਡੇ ਨਾਲ ਸਨ, ਔਰ ਉਹਨਾਂ ਨੇ ਪੰਜਾਬ ਦੀ ਹਾਲਤ ਦੇ ਬਾਰੇ ਔਰ ਨਸ਼ਿਆਂ ਦੀ ਜੋ ਪੋਜੀਸ਼ਨ ਹੈ ਉਸ ਦੇ ਬਾਰੇ ਕਾਫੀ ਵਿਸਥਾਰ ਸਹਿਤ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਸਿਰਫ 3 ਸਾਲਾਂ ਦੇ ਵਿੱਚ ਕਿੰਨੇ ਗੁਣਾ ਉਹ ਜਿਹੜਾ ਹੈ ਨਸ਼ਾ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ, ਔਰ ਜਿਹੜਾ ਕਿ ਸਿਰਫ ਸ਼ੌਕ ਦੇ ਤੌਰ ਦੇ ਉੱਤੇ ਸ਼ੁਰੂ ਹੁੰਦਾ ਹੈ, ਪਰ ਅਖੀਰ ਦੇ ਵਿੱਚ ਆ ਕੇ ਉਹ ਕਿੰਨਾ ਭਿਆਨਕ ਰੂਪ ਲੈ ਲੈਂਦਾ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਕੀ ਕੁਝ ਕੀਤਾ ਜਾ ਸਕਦਾ ਹੈ, ਕੁਝ ਹੋ ਸਕਦਾ ਹੈ, ਜਾਂ ਅਸੀਂ ਨਿਰਾਸ਼ਤਾ ਵੱਲ ਜਾਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਅਮਰੀਕ ਬੋਲਦਾ ਸੀਗਾ ਇੱਥੋਂ ਜਾਰਜੀਆ ਤੋਂ। ਮੈਂ ਲਾਂਬਾ ਸਾਹਿਬ ਉਹਨਾਂ ਦਾ ਪ੍ਰੋਗਰਾਮ ਦੇਖਦਾ ਜੀ। ਮੈਂ ਬੋਲ ਰਿਹਾ ਜੀ, ਲਾਂਬਾ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ। ਅੱਛਾ ਤੇ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਡਾਕਟਰ ਦੀ ਸਲਾਹ ਤਾਂ ਠੀਕ ਹੈ ਵੀ ਹਾਂ ਇੱਥੋਂ ਡਾਕਟਰ ਜਾਣ, ਉਹ ਕਰਨ ਜਾ ਕੇ ਕਮੇਟੀ ਬਣਾਏਗਾ। ਜਿਹੜੇ ਪਿੰਡਾਂ ਦੇ ਡਾਕਟਰ ਉਹਨਾਂ ਦੇ ਨੱਥ ਪਾਈ ਜਾਵੇ। ਜੀ ਪਤਾ ਕਿਉਂ? ਕਿਉਂਕਿ ਮੈਂ ਤਾਂ ਹਰ ਸਾਲ ਇੰਡੀਆ ਜਾਂਦਾ, ਕਿਉਂਕਿ ਮੈਂ ਇੱਥੇ ਜਾਰਜੀਆ ਰਹਿਣਾ ਮੈਂ। ਹਾਂਜੀ ਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਬਈ ਜਿਹੜੇ ਉੱਥੇ ਦੇ ਲੋਕਲ ਡਾਕਟਰ ਹੈ ਜਾਂ ਪੁਲਿਸ ਵਾਲੇ ਆ ਜਿਨ੍ਹਾਂ ਦੇ ਕੋਲੋਂ ਨਸ਼ਾ ਵਿਕਦਾ ਜਾਂ ਨਸ਼ਾ ਜਾਂਦਾ, ਇਹ ਸਾਰਾ ਨਸ਼ਾ ਜਿੰਨਾ ਵੀ ਹੈ ਮੁੰਡਿਆਂ ਦੇ ਵਿੱਚ ਜਾਂਦਾ, ਜਾਂ ਇਹ ਜਾਂ ਡਾਕਟਰ ਵੇਚਦੇ ਨੇ ਗੋਲੀਆਂ, ਜਾਂ ਫਿਰ ਜਿਹੜੇ ਪਿੰਡ ਦੇ ਲੰਬੜਦਾਰ, ਪੰਚ ਤੇ ਸਰਪੰਚ, ਇਹਨਾਂ ਤੇ ਨੱਥ ਪਾਈ ਜਾਵੇ। ਫੇਰ ਪਿੰਡਾਂ ਦੇ ਵਿੱਚੋਂ ਨਸ਼ਾ ਮੁੱਕ ਸਕਦਾ। ਜੇ ਕਹੋ ਵੀ ਹਾਂ ਆਪਾਂ ਸਲਾਹ ਨਾ ਉੱਦਾਂ ਆਪਾਂ ਗੱਲਾਂ ਬਾਤਾਂ ਕਰ ਲਈਏ, ਜਾਂ ਉੱਥੇ ਦੀ ਜਿਹੜੀ ਸਰਕਾਰ ਹੈ ਉਹ ਸਾਰਾ ਕੁਛ ਘਰੇਲੂ ਹੀ ਉਹੀ ਆਪਣੀ ਜਿਹੜੀ ਕਹਿੰਦੇ ਹੁੰਦੇ ਆ ਹੁਣ ਮੈਨੂੰ ਖਾਣਾ ਨਹੀਂ ਪਾਉਣਾ ਆਉਂਦਾ ਤੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਜਾਨੀ ਉਹ ਸਾਰਾ ਕੁਛ ਜੋ ਹੋ ਰਿਹਾ ਉਹ ਉਹ ਸਾਰਾ ਕੁਛ ਉੱਥੇ ਦੇ ਪਿੰਡ ਦੇ ਬੰਦੇ ਹੀ ਕਰ ਰਹੇ ਨੇ। ਸਮਝ ਗਏ ਜਿਹੜੇ ਰਾਖੇ ਹੈਗੇ ਆ। ਜੀ
ਸਰਪੰਚ, ਫਿਰ ਜਿਹੜੇ ਪਿੰਡ ਦੇ ਡਾਕਟਰ ਨੇ ਜਿਹੜੇ ਖੁਦ ਕਿਉਂਕਿ ਸਾਡੇ ਪਿੰਡ ਮੇਰਾ ਉੱਥੇ ਨਵੇਂ ਸ਼ਹਿਰ ਦੇ ਵਿੱਚ ਆ, ਮੇਰਾ ਪੈਂਦਾ ਪਿੰਡ ਸਾਡੇ ਡਾਕਟਰ ਹੈ, 1-2 ਡਾਕਟਰ ਨੇ, ਪਰ ਇੱਕ ਤਾਂ ਨਹੀਂ ਵੇਚਦਾ, ਉਹਦਾ ਮੈਂ ਉਹਨੂੰ ਦੇਖ ਲਿਆ ਵੀ ਨਹੀਂ, ਜਿਹਦੇ ਕੋਲ ਜਿਹੜਾ ਬੰਦਾ ਗੋਲੀਆਂ ਵੇਚਦਾ, ਡਾਕਟਰ ਵੇਚਦਾ, ਉਹਦੇ ਕੋਈ ਬੰਦੇ ਉਦਾਂ ਦੇ ਹੋਣਗੇ। ਮੈਂ ਉੱਥੇ ਕਈ ਵਾਰ ਦੇਖੀ ਦਾ ਵੀ ਹਾਂ ਵੀ ਇਹ ਚੱਲਿਆ ਉੱਥੇ ਨੂੰ। ਸਮਝ ਗਏ ਠੀਕ ਹੈ। ਲੋਕਲ ਡਾਕਟਰਾਂ ਦੇ ਤਾਂ ਪੁਲਿਸ ਵਾਲਿਆਂ ਦੇ ਨੱਥ ਪਾਈ ਜਾ, ਜਿਹੜੇ ਸਰਪੰਚ ਜਾਂ ਪੰਚ ਜਿਹੜੇ ਪੁਲਿਸ ਵਾਲਿਆਂ ਕੋਲ ਲਿਆ ਕੇ ਵੇਚਦੇ ਨੇ ਪਿੰਡਾਂ ਦੇ ਵਿੱਚ, ਉਹਨਾਂ ਦੇ ਨੱਥ ਪਾਈ ਜਾਵੇ, ਫੇਰ ਨੱਥ ਪੈ ਸਕਦੀ। ਜੇ ਕੋਈ ਆਪਾਂ ਜਿਹੜੇ ਜਿੱਦਾਂ ਹੁਣ ਬੜੇ ਧੜੱਲੇਦਾਰ ਜਿਹੜੇ ਹੁਣ ਢੋਲੇ ਹੋਣੀ ਫੜੇ ਨੇ ਜਾਂ ਹੋਰ ਕੋਈ ਫੜੇ ਨੇ, ਇਹ ਤਾਂ ਵੱਡੇ ਸਮਗਲਰ ਹੈ। ਠੀਕ ਹੈ। ਚਲੋ ਬਹੁਤ ਤੁਹਾਡਾ ਧੰਨਵਾਦ। ਤੁਸੀਂ ਜਿਹੜਾ ਇਹ ਕਰਕੇ ਤੁਹਾਨੂੰ ਕਹਿੰਦਾ ਵੀ ਹਾਂ ਇਹ ਜੇ ਆਪਾਂ ਪੁਲਿਸ ਵਾਲਿਆਂ ਦੇ ਕੋਲੋਂ ਨਹੀਂ ਨੱਥ ਪਾਵਾਂਗੇ, ਪੁਲਿਸ ਵਾਲਿਆਂ ਨੂੰ ਨੱਥ ਨਹੀਂ ਪਾਵਾਂਗੇ, ਇਹ ਕਦੇ ਕੁਝ ਨਹੀਂ ਹੋ ਸਕਦਾ। ਠੀਕ ਹੈ ਜੀ, ਬਹੁਤ ਅਮਰੀਕ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਮੈਂ ਤਾਂ ਹਰ ਸਾਲ ਜਾਇਦਾ ਮੈਂ ਤਾਂ ਤਕਰੀਬਨ ਚਲੋ ਜ਼ਰੂਰ ਕਰੋ, ਜੋ ਕਰ ਸਕਦੇ ਹੋ ਤੁਸੀਂ ਆਪਣੀ ਪੱਧਰ ਤੇ ਵੀ ਜ਼ਰੂਰ ਕਰੋ। ਬਹੁਤ ਧੰਨਵਾਦ ਹੈ, ਸ਼ੁਕਰੀਆ। ਹਾਂਜੀ, ਬਸ ਆਹ ਗੱਲ ਸਮਝਾ ਦੇ ਵੀ ਸੁਝਾਅ ਵੀ ਕਿਸੇ ਨੂੰ ਦੇਣਾ ਹੋਵੇ ਤਾਂ ਉਹਨੂੰ ਕਹੋ ਹਾਂ ਵੀ ਭਾਈ ਆਹ ਸੀ ਆ ਕਿਸੇ ਨੇਤਾ ਨੂੰ, ਠੀਕ ਹੈ, ਆਹ ਪੁਲਿਸ ਵਾਲਿਆਂ ਦੇ ਨੱਥ ਪਾਈ ਜਾਵੇ ਪਹਿਲਾਂ। ਠੀਕ ਹੈ ਜੀ, ਬਹੁਤ ਥੈਂਕ ਯੂ, ਸ਼ੁਕਰੀਆ। ਥੈਂਕ ਯੂ। ਸੋ ਇਹ ਸਨ ਜਿਹੜਾ ਤੁਹਾਡੇ ਵਿਚਾਰ ਦੱਸ ਰਹੇ ਸੀਗੇ ਆਪਣੇ, ਪਰ ਜਿਵੇਂ ਦੱਸਿਆ ਗਿਆ ਕਿ ਵਾਕਈ ਹੀ ਅਗਰ ਇੱਥੋਂ ਦੇ ਲੋਕ ਵੀ ਜਾ ਕੇ ਅਗਰ ਉਹਨਾਂ ਨੂੰ ਕੋਈ ਸਹਿਯੋਗ ਦੇਣ, ਮਦਦ ਦੇਣ, ਜਾਂ ਘੱਟੋ ਘੱਟ ਜਿਹੜੇ ਉਹ ਬੰਦੇ ਹੈ ਉਹਨਾਂ ਦੀ ਸਟੈਟਿਸਟਿਕਸ ਇਕੱਠਾ ਕਰਕੇ ਉਹਨਾਂ ਦੀ ਮਦਦ ਕਰਨ ਤਾਂ ਕਾਫੀ ਕੁਝ ਹੋ ਸਕਦਾ ਹੈ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਕੁਲਦੀਪ ਸਿੰਘ ਬੋਲਦਾ ਜੀ ਵੀਰ ਜੀ, ਕਿੱਥੋਂ ਬੋਲ ਰਹੇ ਹੋ? ਟੈਲੀਫੋਨ ਬੇਕਰਫੀਲਡ ਤੋਂ ਬੋਲਦਾ ਜੀ ਵੀਰ ਜੀ, ਹੁਕਮ ਕਰੋ। ਹਾਂਜੀ, ਆ ਬੇਨਤੀ ਕਰਨੀ ਸੀ, ਪ੍ਰੋਗਰਾਮ ਦੇਖ ਰਿਹਾ ਮੈਂ ਲਾਂਬਾ ਸਾਹਿਬ ਦਾ। ਜੀ ਬੋਲ ਰਿਹਾ ਜੀ, ਮੈਂ ਲਾਂਬਾ ਬੋਲ ਰਿਹਾ। ਅੱਛਾ, ਹਾਂਜੀ, ਇਹਦੇ ਵਿੱਚ ਨਾ ਉਹ ਗਵਰਨਮੈਂਟ ਸਭ ਕੁਝ ਕਰ ਸਕਦੀ ਹੈ। ਜਦੋਂ ਸਾਡੇ ਖੇਤਾਂ ਵਿੱਚ ਚੌਲ ਬੀਜਣ ਤੋਂ ਰੋਕ ਸਕਦੀ ਹੈ ਸਾਨੂੰ, ਬਿਲਕੁਲ ਨਸ਼ੇ ਰੋਕ ਸਕਦੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਆਪਣੇ ਖੇਤਾਂ ਵਿੱਚ ਚੌਲ ਬੀਜਣੇ ਨੇ, ਆਪਣਾ ਤੇਲ ਫੂਕਣਾ ਹੁੰਦਾ, ਆਪਣਾ ਸਭ ਕੁਝ ਕਰਨਾ, ਉਹ ਵੀ ਸਾਨੂੰ ਬੀਜਣ ਨਹੀਂ ਦਿੰਦੀ। ਹਾਂਜੀ, ਇਹ ਨਸ਼ੇ ਰੋਕ ਸਕਦੀ ਵੇਚਣ ਤੋਂ। ਇਹਦਾ ਮਤਲਬ ਸਰਕਾਰ ਦੀ ਨੀਅਤ ਜਿਹੜੀ ਹੈ, ਜਿੰਨੀ ਦੇਰ ਨਹੀਂ ਹੋਏਗੀ, ਇੱਛਾ ਸ਼ਕਤੀ ਹੋਏਗੀ, ਤਾਂ ਸਾਰਾ ਕੁਝ ਰੋਕਿਆ ਜਾ ਸਕਦਾ। ਹਾਂ, ਮੈਂ ਉਹੀ ਗੱਲ ਕਰਦਾ, ਜਦੋਂ ਸਾਡੇ ਖੇਤਾਂ ਵਿੱਚ ਸਾਨੂੰ ਝੋਨਾ ਨਹੀਂ ਲਾਉਣ ਦਿੱਤਾ ਜਾਂਦਾ, ਠੀਕ ਹੈ, ਸਰਕਾਰ ਰੋਕ ਸਕਦੀ ਹੈ ਸਾਨੂੰ, ਤਾਂ ਨਸ਼ਾ ਨਹੀਂ ਰੋਕ ਸਕਦੀ। ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਡੇ ਨਾਲ ਤੁਹਾਡੀ ਗੱਲ ਵਿੱਚ ਬਹੁਤ ਵਜ਼ਨ ਹੈ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਲੰਬਰ ਸਾਹਿਬ, ਮੈਂ ਬਲਜਿੰਦਰ ਸਿੰਘ ਬੋਲਦਾ, ਸਿਰੈਕਿਊਜ਼ ਨਿਊਯਾਰਕ ਤੋਂ। ਜੀ ਬਲਜਿੰਦਰ ਸਿੰਘ ਜੀ ਆਏ ਨਾ? ਹਾਂਜੀ, ਹੁਕਮ ਕਰੋ। ਮਹਾਮਦ ਸਾਹਿਬ, ਇਹਦਾ ਇੱਕ ਤਰੀਕਾ ਜਿਹੜਾ ਵਾ ਸਭ ਤੋਂ ਵਧੀਆ, ਇੱਕ ਡਿਮਾਂਡ ਜਿਹੜੀ ਹੈ ਨਾ ਉਹ ਘਟ ਜਾਵੇ, ਤੇ ਇਹਦੇ ਨਾਲ ਜਿਹੜਾ ਸਪਲਾਇਰ ਹੈ ਨਾ ਆਪੇ ਹੀ ਖਤਮ ਹੋ ਜਾਂਦਾ ਵਾ। ਤੇ ਡਿਮਾਂਡ, ਜਿਵੇਂ ਤੁਸੀਂ ਕਿਹਾ ਹੀ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜੇ ਗੁਰੂ ਦਾ ਨਾਮ ਦਾ ਹੀ ਜਿਹੜਾ ਲੋਕਾਂ ਦੇ ਮਨ 'ਚ ਵਸ ਜਾਵੇ, ਤੇ ਇਹ ਬਿਮਾਰੀ ਦਾ ਪੱਕਾ ਇਲਾਜ ਤੇ ਇਹੋ ਹੀ ਆ। ਠੀਕ ਹੈ ਨਾ? ਤੇ ਬਾਕੀ ਜੇ ਇਹੋ ਹੀ ਰੀਜ਼ਨ ਹੈ ਕਿ ਪੰਜਾਬ ਦੇ ਵਿੱਚ ਅੱਜ ਭਾਈ ਗੁਰਬਖਸ਼ ਸਿੰਘ ਹੋਣੀ ਦੇ ਮੂਵਮੈਂਟ ਚਲਾ ਰਹੇ ਨੇ, ਪਰ ਉਹਦੇ ਬਾਵਜੂਦ ਬਹੁਤ ਸੰਗਤਾਂ ਦਾ ਇਕੱਠ ਨਹੀਂ ਕੀਤਾ ਜਾ ਰਿਹਾ, ਕਿਉਂਕਿ ਲੋਕ ਜਿਹੜੇ ਆ ਗੁਰੂ ਦੇ ਦੱਸੇ ਹੋਏ ਮੋਰਲਸ ਜਾਂ ਉਹਨਾਂ ਦੀਆਂ ਗੱਲੀਆਂ ਦਿੱਤੇ ਹੋਏ ਗੁਣਾਂ ਤੋਂ ਬਹੁਤ ਦੂਰ ਹੋ ਚੁੱਕੇ ਆ, ਤੇ ਇਸੇ ਕਰਕੇ ਹੀ ਇਹ ਸਾਰੀਆਂ ਬਿਮਾਰੀਆਂ ਦੀ ਜੜ ਫੈਲ ਰਹੀ ਆ। ਬਹੁਤ ਧੰਨਵਾਦ ਤੁਹਾਡਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਪਿਆਰੇ ਦਰਸ਼ਕੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ lamba@getpunjabi.tv ਤੇ। ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।